ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਜ਼ੀ ਸੰਗ ਲਿਏ ਪਾਤਸ਼ਾਹੂ ਚਲ ਆਏ ਸ੍ਰੀ ਨਾਨਕ ਪਾਹੂ। ਕਰ ਪਦ ਬੰਦਨ ਗੁਰ ਟਿਗ ਬੈਸੇ। ਕਾਜ਼ੀ ਬਚਨ ਕਹੇ ਤਬ ਐਸੇ। ਕਾਜ਼ੀ ਸੰਗ ਲਿਏ ਪਾਤਸ਼ਾਹੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਲਾਹਾ ਲੈ ਰਹੇ ਹੋ। ਗੁਰੂ ਸਾਹਿਬ ਜੀ ਦੇ ਸੰਧਿਆ ਦੇ ਸਮੇਂ ਤੋਂ ਹੀ ਸੋਹਣੇ ਦਰਬਾਰ ਦੀਵਾਨ ਸਜ ਧਜ ਰਹੇ ਹੈ। ਬੇਅੰਤ ਸੰਗਤਾਂ ਨੇ ਗੁਰੂ ਸਾਹਿਬ ਜੀ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲਿਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਦੇ ਨਾਲ ਹੀ ਜੋ ਆਪਾਂ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਚਰਚਾ ਹੋਈ ਸਿੱਧਾਂ ਨਾਲ, ਜੋ 84 ਸਿੱਧ ਗੋਰਖਨਾਥ ਭੰਗਰਨਾਥ ਸ਼ੰਭੂਨਾਥ ਇਹ ਸਾਰੇ ਇੱਥੇ ਜੋ ਆ ਯੂਪੀ ਵਿੱਚ ਪੀਲੀਭੀਤ ਦੇ ਕੋਲ ਨਾਨਕ ਮਤਾ ਸਤਿਗੁਰ ਜੀ ਦਾ ਸਥਾਨ ਹੈ। ਇੱਥੇ ਇਹ ਸਾਰੇ ਕੁਝ ਕੌਤਕ ਕੀਤੇ ਅਤੇ ਜਿੱਥੇ ਮਹਾਰਾਜ ਜੀ ਨੇ ਉਹ ਜਿਹੜੇ ਜ਼ਹਿਰ ਵਰਗੇ ਕੌੜੇ ਰੀਠਿਆਂ ਦੇ ਫਲ ਸਨ ਉਹ ਮਿੱਠੇ ਕੀਤੇ।
ਨਾਨਕ ਮਤੇ ਕਲਾ ਵਰਤਾਈ, ਜੋ ਕਿ ਪਹਿਲਾਂ ਗੋਰਖ ਮਤਾ ਸੀ, ਇਹ ਸਿੱਧਾ ਨਾਥਾਂ ਦਾ ਥਾਂ ਸੀ। ਇਹਨਾਂ ਦਾ ਪਰਦਾ ਫਾਸ ਕਰਕੇ ਤੇ ਗੁਰੂ ਸਾਹਿਬ ਜੀ ਨੇ ਉਸ ਸਥਾਨ ਦਾ ਨਾਨਕ ਮਤਾ ਰੱਖਿਆ। ਇੱਥੇ ਇਤਿਹਾਸ ਵਿੱਚ ਨਾਨਕ ਮਤੇ ਤੇ ਰੀਠੇ ਸਾਹਿਬ ਗੁਰਦੁਆਰਾ ਸਾਹਿਬ ਦੀ ਕਥਾ ਇਕੱਠੀ ਆ ਜਾਂਦੀ ਹੈ। ਉਹ ਸੁਣਨ ਵਿੱਚ ਇਵੇਂ ਲੱਗਦਾ ਵੀ ਜਿਵੇਂ ਇੱਕ ਹੀ ਥਾਂ 'ਤੇ ਕਥਾ ਹੋਈ ਹੋਵੇ, ਪਰ ਅਸਲ ਰੂਪ ਵਿੱਚ ਜੋ ਗੁਰਦੁਆਰਾ ਨਾਨਕ ਮਤਾ ਸਾਹਿਬ ਹੈ, ਇੱਥੋਂ ਜਿੱਥੇ ਸਤਿਗੁਰੂ ਜੀ ਨੇ ਰੀਠਿਆਂ ਦੇ ਫਲ ਮਿੱਠੇ ਕੀਤੇ, ਉਹ ਕਾਫੀ 1.5 ਪੌਣੇ 200 ਮੀਲ ਦੀ ਵਿੱਥ 'ਤੇ ਹੈਗਾ ਹੈ। ਗੁਰੂ ਦੀਆਂ ਸੰਗਤਾਂ ਉੱਥੇ ਦਰਸ਼ਨ ਕਰਨ ਜਾਂਦੀਆਂ। ਜਿਹੜੇ ਕੋਈ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੈ ਇਸ ਸਥਾਨ ਦੀ ਕਾਫੀ ਵਿੱਥ ਹੈ। ਉੱਥੋਂ ਭਾਈ ਸੰਤੋਖ ਸਿੰਘ ਜੀ ਨੇ ਇਹ ਜਿਹੜਾ ਪ੍ਰਸੰਗ ਹੈ ਉਹ ਇਵੇਂ ਲਿਖਿਆ ਵੀ ਜਿਵੇਂ ਸੁਣਨ ਵਿੱਚ ਇਵੇਂ ਲੱਗੇ ਵੀ ਇੱਕ ਥਾਂ ਦੀ ਹੀ ਕਥਾ ਹੈ। ਸੋ ਉੱਥੇ ਜਿੱਥੇ ਰੀਠਿਆਂ ਦਾ ਬ੍ਰਿਸ਼, ਜਿਸ ਫਲ ਜੀ ਦੇ ਫਲ ਮਿੱਠੇ ਕੀਤੇ ਸਨ, ਮਹਾਰਾਜ ਨੇ ਸ਼ਕਤੀ ਵਰਤਾਈ ਸੀ। ਉਹ ਪਹਿਲਾਂ ਬ੍ਰਿਸ਼ ਹੈਗਾ ਸੀ, ਪਰਮੇਸ਼ਰ ਦੀ ਦੇਵ ਨੇਤ ਨਾਲ ਹੀ ਐਸਾ ਇੱਕ ਸਮੇਂ ਝੱਖੜ ਹਨੇਰ ਆਇਆ ਤੇ ਨਾਲ ਹੀ ਉਹ ਦਰਖਤ ਬਹੁਤ ਪੁਰਾਤਨ ਪੁਰਾਣਾ ਹੋ ਗਿਆ ਸੀ, ਜਿਸ ਕਰਕੇ ਉਹ ਦਰਖਤ ਦੀ ਜਿਹੜੀ ਨਿਸ਼ਾਨੀ ਉਹ ਰਹੀ ਨਾ। ਤੇ ਭਾਈ ਮਰਦਾਨਾ ਜੀ ਜਿਹੜੇ ਰੀਠਿਆਂ ਦੇ ਫਲ ਖਾ ਕੇ ਜੰਗਲ ਵਿੱਚ ਵਿਚਰਦੇ ਰਹੇ, ਇੱਧਰ ਉੱਧਰ ਉਹਦੇ ਛਿਲਕੇ ਗਿੜਕਾਂ ਜਿਹੀਆਂ ਸੁੱਟੀਆਂ ਸਨ। ਉਸ ਕਰਕੇ ਕਾਫੀ ਜਿਹੜੇ ਰੁੱਖ ਉੱਥੇ ਰੀਠਿਆਂ ਦੇ ਮਿੱਠੇ ਹੈਗੇ ਆ ਤੇ ਗੁਰੂ ਕੀ ਸੰਗਤ ਉਹ ਫਲ ਛਕਦੀ ਹੈ, ਲਿਆਉਂਦੀ ਹੈ, ਕਈ ਆਪਣੇ ਘਰਾਂ ਨੂੰ ਲੈ ਕੇ ਆਉਂਦੇ ਹੈ। ਤੇ ਉੱਥੇ ਜਿਹੜੀ ਕਲਾ ਵਰਤੀ ਹੈ, ਕਈ ਜਿਹੜੇ ਨਾਸਤਕ ਲੋਕ ਹੈ ਉਹ ਕਹਿੰਦੇ ਵੀ ਐਵੇਂ ਲੋਕ ਇਹਨਾਂ ਨੇ ਗੱਲ ਬਣਾਈ ਹੋਈ ਸਿੱਖਾਂ ਨੇ, ਇਸ ਕਰਕੇ ਉਹਨਾਂ ਵੀ ਉਹ ਚਤਰਾਈ ਜੀ ਕੀਤੀ ਹੈ ਤੇ ਆਪੋ ਆਪਣੇ ਥਾਵਾਂ 'ਤੇ ਰੀਠਿਆਂ ਦੇ ਬ੍ਰਿਸ਼ ਲਾਏ, ਪਰ ਉਹ ਕਲਾ ਨਹੀਂ ਵਰਤ ਸਕੀ। ਉਹਨਾਂ ਦੇ ਫਲ ਕੌੜੇ ਹੀ। ਜਿੱਥੇ ਮਹਾਰਾਜ ਜੀ ਨੇ ਕਲਾ ਵਰਤਾਈ ਹੈ ਜਾਂ ਭਾਈ ਮਰਦਾਨਾ ਜੀ ਨੇ ਛਕ ਕੇ ਉਹ ਗਿਟਕਾਂ ਸੁੱਟੀਆਂ, ਉੱਥੇ ਉਹਨੇ ਦਾਇਰੇ ਇਲਾਕੇ ਵਿੱਚ ਰੀਠਿਆਂ ਦੇ ਫਲ ਮਿੱਠੇ ਹੈਗੇ ਆ, ਬਾਕੀ ਨਹੀਂ ਹੈਗੇ। ਪਹਾੜੀ ਲੋਕ ਉੱਥੋਂ ਫਲ ਚੋਗ ਕੇ ਤੇ ਐਂ ਵੇਚ ਕੇ ਆਪਣਾ ਕਈ ਗੁਜ਼ਰ ਗੁਜ਼ਾਰਾ ਕਰ ਲੈਂਦੇ ਹੈ। ਜਿਹੜੇ ਸੰਤਾਂ ਮਹਾਤਮਾ ਜਨਾਂ ਦੀ ਉੱਥੇ ਸਥਾਨ 'ਤੇ ਸੇਵਾ ਹੈ, ਉਹਨਾਂ ਨੇ ਵੀ ਕਾਫੀ ਜਿਹੜੇ ਬ੍ਰਿਸ਼ ਰੀਠਿਆਂ ਦੇ ਫਲ ਦੇ ਹੁਣ ਲਾ ਦਿੱਤੇ ਹੈ ਅਤੇ ਸੰਗਤ ਨੂੰ ਵਰਤਾਉਂਦੇ। ਕਿਸੇ ਨੂੰ 2, ਕਿਸੇ ਨੂੰ 3 ਸੰਗਤ ਦੇ ਹਿਸਾਬ ਨਾਲ ਦੇਈ ਜਾਂਦੇ। ਇਵੇਂ ਉੱਥੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਜਾਰੀ ਕਲਾ ਵਰਤਾਈ ਸੀ। ਅਤੇ ਨਾਨਕ ਮਤੇ ਜਿੱਥੇ ਪਿੱਪਲ ਗੁਰੂ ਸਾਹਿਬ ਜੀ ਨੇ ਹਰਿਆ ਭਰਿਆ ਕੀਤਾ, ਸਿੱਧਾਂ ਦੇ ਜਦੋਂ ਹਨੇਰੀ ਚਲਾਈ ਤੇ ਉਡਾਉਣ ਲੱਗੇ ਹੈ, ਮਹਾਰਾਜ ਜੀ ਨੇ ਆਪਣਾ ਹਸਤ ਕਮਲ ਛੁਹਾ ਕੇ ਉੱਥੇ ਟਿਕਾ ਦਿੱਤਾ। ਅੱਜ ਹੀ ਉਹ ਪਿੱਪਲ ਦੀ ਨਿਸ਼ਾਨੀ ਹੈ, ਧਰਤੀ ਤੋਂ ਉੱਚਾ ਹੀ ਹੈ ਉਹ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਉੱਥੇ ਗਏ, ਜਦੋਂ ਅਲਮਸਤ ਜੋਗੀ ਨੂੰ ਕੱਢ ਕੇ ਸਿੱਧਾਂ ਨੇ ਤੇ ਨਿਸ਼ਾਨੀ ਮਿਟਾ ਦਿੱਤੀ ਸੀ ਅੱਗ ਲਾ ਕੇ ਵੀ ਇਹ ਸਾਡੇ ਗੋਰਖਨਾਥ ਜੀ ਦਾ ਸਥਾਨ ਹੈ। ਅਲਮਸਤ ਸਾਧੂ ਕਹਿੰਦਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਵੇਖੋ, ਨਿਸ਼ਾਨੀ ਹੈ ਕਿ ਜਿਹੜਾ ਪਿੱਪਲ ਹੈ ਉਹਦੇ ਪੱਤਰੇ ਤੇ ਪੰਜੇ ਦਾ ਨਿਸ਼ਾਨ ਹੈ ਸਤਿਗੁਰੂ ਦਾ। ਪਰ ਇਹਨਾਂ ਈਰਖਾ ਵਿੱਚ ਆ ਕੇ ਸਾਧ ਸੰਗਤ ਜੋ ਪਿੱਪਲ ਸਾੜ ਦਿੱਤਾ ਸੀ ਸਿੱਧਾਨਾਥਾਂ ਨੇ। ਫਿਰ 6ਵੇਂ ਪਾਤਸ਼ਾਹ ਜੀ ਜਦੋਂ ਉੱਥੇ ਗਏ ਜੰਗੀ ਯੋਧਿਆਂ ਨਾਲ, ਸਿੱਖਾਂ ਨਾਲ, ਅਤੇ ਉੱਥੇ ਮਹਾਰਾਜ ਜੀ ਨੇ ਫਿਰ ਕਲਾ ਵਰਤਾਈ ਸੀ। ਜਲ ਵਿੱਚ ਕੇਸਰ ਘੋਲ ਕੇ ਉਸ ਪਿੱਪਲ ਨੂੰ ਉਸੇ ਤਰ੍ਹਾਂ ਸਰਜੀਤ ਹਰਿਆ ਭਰਿਆ ਕੀਤਾ, ਜੋ ਰਾਤੋਂ ਰਾਤ ਹੀ ਐਂ ਬ੍ਰਿਸ਼ ਬਣ ਗਿਆ ਸੀ।
ਹੁਣ ਉੱਥੇ ਨਿਸ਼ਾਨੀ ਹੈਗੀ ਹੈ ਵੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਪੰਜੇ ਦਾ ਨਿਸ਼ਾਨ ਸੀ, ਉਹ ਪਿੱਪਲ ਦੇ ਪੱਤਿਆਂ ਦੇ। ਛੇਵੇਂ ਪਾਤਸ਼ਾਹ ਜੀ ਦੀ ਕਲਾ ਵਰਤਾਉਣੇ ਕਰਕੇ ਉਹ ਪੱਤਿਆਂ ਦੇ ਹੁਣ ਕੇਸਰ ਦੇ ਨਿਸ਼ਾਨ ਹੈ, ਲਾਲ ਲਾਲ। ਅਤੇ ਉਹ ਮਹਾਰਾਜ ਜੀ ਨੇ ਕਿਹਾ ਸੀ ਵੀ ਇਹ ਸਾਡੇ ਆਉਣ ਦੀ ਨਿਸ਼ਾਨੀ ਹੋਵੇਗੀ। ਐਵੇਂ ਨਾਨਕ ਮਤਾ ਜਿੱਥੇ ਸਿੱਧਾ ਨਾਥਾਂ ਨੇ ਹੋਰ ਕਈ ਚਤਰਾਈਆਂ ਕੀਤੀਆਂ। ਇੱਕ ਬਾਲਕ ਨੂੰ ਧਰਤੀ ਪੁੱਟ ਕੇ ਉਹਦੇ ਵਿੱਚ ਲਿਟਾ ਕੇ ਇੱਕ ਸੁਰਾਖ ਜਿਹਾ ਰੱਖ ਦਿੱਤਾ, ਭਾਵ ਛੇਕ ਜਿਹਾ ਰਹਿਣ ਦਿੱਤਾ। ਉੱਪਰ ਕਾਨੇ ਮਿੱਟੀ ਪਾ ਦਿੱਤੀ ਅਤੇ ਕਿਹਾ ਵੀ ਅਸੀਂ ਆਵਾਜ਼ ਮਾਰਾਂਗੇ, ਅਸੀਂ ਕਹਾਂਗੇ ਵੀ ਤੂੰ ਧਰਤੀ ਕਿਹਦੀ ਹੈ, ਅਤੇ ਤੂੰ ਆਵਾਜ਼ ਦੇਣੀ ਵੀ ਮੈਂ ਧਰਤੀ ਸਿੱਧਾ ਨਾਥਾਂ ਦੀ ਹਾਂ। ਇਵੇਂ ਇਹਨਾਂ ਨੇ ਉਹ ਚਤਰਾਈ 420 ਕੀਤੀ। ਗੁਰੂ ਨਾਨਕ ਸਾਹਿਬ ਜੀ ਨੇ ਉਹ ਚਤਰਾਈ ਵੀ ਇਹਨਾਂ ਦੀ ਜਿਹੜੀ ਨਾਸ ਕਰ ਦਿੱਤੀ। ਛਲ ਫਰੇਬ ਇਹਨਾਂ ਦਾ ਸਭ ਖਤਮ ਕਰ ਦਿੱਤਾ। ਫਿਰ ਚਰਨੀ ਪੈ ਕੇ ਸਿੱਧਨਾਥ ਇੱਥੋਂ ਜਾਣਾ ਇਹਨਾਂ ਠੀਕ ਸਮਝਿਆ ਵੀ ਸਾਡੀ ਇੱਥੇ ਕੋਈ ਨਹੀਂ ਚੱਲਣੀ, ਇੱਥੇ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਪੂਜਾ ਮਾਣ ਸਤਿਕਾਰ ਹੋਣਾ ਹੈ, ਆਪਾਂ ਤਾਂ ਇੱਥੋਂ ਚਲੇ ਜਾਈਏ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਚਲੇ ਗਏ ਸੀ ਅਤੇ ਛੇਵੇਂ ਪਾਤਸ਼ਾਹ ਦੇ ਸਮੇਂ ਆ ਕੇ ਫਿਰ ਇਹਨਾਂ ਨੇ ਉਹ ਕੁਝ ਕੀਤਾ ਸੀ। ਉੱਥੇ ਅੱਜ ਨਾਨਕ ਮਤਾ ਸਥਾਨ ਅਤੇ ਰੀਠਾ ਸਾਹਿਬ ਵਾਲਾ ਸਥਾਨ, ਹੋਰ ਵੀ ਅਲਮਸਤ ਸਾਧੂ ਵਾਲਾ ਸਥਾਨ, ਉਹ ਸਾਰੇ ਬਣੇ ਹੋਏ ਹੈ। ਇਹ ਪਿੱਪਲ ਦੀ ਨਿਸ਼ਾਨੀ ਵੀ ਹੈਗੀ ਹੈ, ਉਹ ਰੀਠਿਆਂ ਦੀ ਕਰਾਮਾਤ ਦੀ ਨਿਸ਼ਾਨੀ ਵੀ ਹੈਗੀ ਹੈ। ਇਸੇ ਤਰ੍ਹਾਂ ਜਿਹੜੇ ਖੂਹ 'ਚ ਨਾ ਪਾਣੀ ਮੁਕਾਇਆ ਸੀ, ਅਲੋਪ ਕਰ ਦਿੱਤਾ ਸੀ, ਉਹ ਖੂਹ ਵੀ ਉੱਥੇ ਅੱਜ ਸੁਭਾਏਮਾਨ ਹੈ। ਗੁਰੂ ਦੀਆਂ ਸੰਗਤਾਂ ਦਰਸ਼ਨ ਯੂਪੀ ਦੇ ਇਲਾਕੇ ਵਿੱਚ ਜਾ ਕੇ ਕਰਦੀਆਂ। ਸੋ ਸਾਧ ਸੰਗਤ ਜੀ, ਇਹ ਪ੍ਰਸੰਗ ਆਪਾਂ ਵਿਸਥਾਰ ਨਾਲ ਜਿਹੜਾ ਸਰਵਣ ਕਰ ਲਿਆ ਹੈ। ਅਗਲਾ ਪ੍ਰਸੰਗ ਜਿਵੇਂ ਉਹ ਦਿੱਲੀ ਦੇ ਪਾਤਸ਼ਾਹ ਸਿਕੰਦਰ ਲੋਧੀ ਦਾ ਹਾਥੀ ਮਰਿਆ ਪਿਆ ਸੀ ਬਾਗ ਵਿੱਚ, ਜਿੱਥੇ ਅੱਜ ਕੱਲ੍ਹ ਨਾਨਕ ਪਿਆਓ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਗੁਰੂ ਨਾਨਕ ਸਾਹਿਬ ਜੀ ਦਾ। ਆਏ ਗਏ ਮਾਈ ਭਾਈ ਨੂੰ ਮਹਾਰਾਜ ਜੀ ਠੰਡਾ ਜਲ ਛਕਾਉਣ ਲੱਗ ਪਏ ਸੀ ਸਾਨੂੰ ਸਿੱਖਿਆ ਦੇਣ ਵਾਸਤੇ। ਉਸ ਸਥਾਨ 'ਤੇ ਵੀ ਮਹਾਰਾਜ ਜਾ ਬੈਠੇ। ਇਹ ਹਾਥੀ ਮਰਿਆ ਸੀ, ਜਿਸ ਕਰਕੇ ਮੁਹਾਵਤ ਹਾਥੀ ਦੀ ਸੇਵਾ ਕਰਨ ਵਾਲਾ ਉਹਦਾ ਪਰਿਵਾਰ ਸਾਰਾ ਰੋ ਪਿੱਟ ਰਿਹਾ ਸੀ। ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਪੁੱਛਿਆ ਵੀ ਕੀ ਕਾਰਨ ਹੈ, ਕਿਸੇ ਨੇ ਮਾਰਿਆ ਤੁਹਾਨੂੰ, ਕੋਈ ਮਰ ਖੱਪ ਗਿਆ ਹੈ ਜਾਂ ਕਿਸੇ ਨੇ ਲੁੱਟ ਖੋਹ ਲਿਆ ਤੁਹਾਡੇ ਕੋਲ? ਕਹਿਣ ਲੱਗੇ ਮਹਾਰਾਜ ਕੀ ਹੋਣਾ ਹੈ, ਆ ਪਾਤਸ਼ਾਹ ਸਿਕੰਦਰ ਲੋਧੀ ਦਾ ਹਾਥੀ ਸੀ, ਇਹਦੀ ਸੇਵਾ ਹੀ ਕਰਦੇ, ਚਲਾਉਣ ਵਾਲੇ ਅਸੀਂ, ਸਾਨੂੰ ਸਾਡੀ ਰੋਜੀ ਰੋਟੀ ਲੱਗੀ ਹੋਈ ਸੀ ਤਨਖਾਹ, ਅਤੇ ਇਹ ਮਹਾਰਾਜ ਕਿਸੇ ਰੋਗ ਕਰਕੇ ਮਰ ਗਿਆ ਹੈ, ਸਾਡੀ ਤਾਂ ਰੋਜੀ ਰੋਟੀ ਬੰਦ ਹੋ ਗਈ, ਸਾਡੇ ਪਰਿਵਾਰ ਦਾ ਹੁਣ ਕਿਵੇਂ ਗੁਜ਼ਾਰਾ ਚੱਲੇਗਾ? ਮਹਾਰਾਜ ਕਹਿੰਦੇ ਵੀ ਮੁਹਾਵਤ ਇਹ ਤਾਂ ਸੰਸਾਰ ਦੇ ਵਿੱਚ ਜਿੰਨੇ ਜੀਵ ਹੈਗੇ, ਪਰਮਾਤਮਾ ਨੇ ਕਿਸੇ ਨਾ ਕਿਸੇ ਬਹਾਨੇ ਸਭ ਨੂੰ ਹੀ ਰੋਜੀ ਦਿੱਤੀ ਹੋਈ ਹੈ। ਚਲੋ ਹਾਥੀ ਦੇ ਬਹਾਨੇ ਤੁਹਾਡੀ ਰੋਜੀ ਸੀ, ਉਹ ਚਲਿਆ ਗਿਆ, ਅਤੇ ਹੋਰ ਕੋਈ ਬਹਾਨਾ ਬਣ ਜਾਏਗਾ। ਇਹ ਮਹਾਰਾਜ ਜੀ ਦੇ ਬਚਨ 'ਤੇ ਨਹੀਂ ਸਮਝ ਸਕਿਆ, ਅਤੇ ਉਹ ਫਿਰ ਆਪਣੇ ਤੌਰ 'ਤੇ ਪ੍ਰਮਾਣ ਦਿੱਤਾ ਵੀ ਵੇਖੋ, ਇੱਕ ਪਾਤਸ਼ਾਹ ਦੇ ਅਸੀਂ ਨੌਕਰ ਹਾਂ, ਅਤੇ ਇਹ ਸੰਤ ਜੀ ਅਸੀਂ ਜੋ ਕਹਿੰਦੇ ਆਪਣਾ ਕੰਮ ਕਰਵਾ ਲੈਂਦੇ ਹੱਥ ਜੋੜ ਕੇ, ਅਤੇ ਤੁਸੀਂ ਦੇ ਖੁਦਾ ਦੇ ਦਾਸ ਸੇਵਕ ਹੋ, ਤੁਹਾਡੇ ਪਾਤਸ਼ਾਹ ਖੁਦਾ ਹੈ, ਅਤੇ ਤੁਸੀਂ ਉਹਨਾਂ ਨੂੰ ਕਹਿ ਕੇ ਹਾਥੀ ਜੀਵਤ ਕਰ ਦਿਓ। ਬਹੁਤ ਬੇਨਤੀਆਂ ਕਰਦਾ, ਨਾਲ ਰੋਈ ਜਾਏ, ਕੁਰਲਾਈ ਜਾਏ। ਗੁਰੂ ਸਾਹਿਬ ਜੀ ਮੁਸਕਰਾਏ ਹੈ ਕਿ ਵੇਖ ਲਓ ਮੁਹਾਵਤ ਨੂੰ, ਹਾਥੀ ਦੇ ਮਰੇ ਦਾ ਸੋਗ ਹੈਗਾ ਵਾ ਵੀ ਮੇਰੀ ਰੋਜੀ ਰੋਟੀ ਇੱਥੋਂ ਲੱਗੀ ਹੋਈ, ਪਰ ਪਰਮੇਸ਼ਰ 'ਤੇ ਭਰੋਸਾ ਨਹੀਂ ਆ ਵੀ ਪਰਮਾਤਮਾ ਰੋਜੀ ਰੋਟੀ ਦੇ ਰਿਹਾ ਹੈ, ਇਹ ਹਾਥੀ ਨੂੰ ਸਹਾਰਾ ਸਮਝੀ ਬੈਠਾ ਹੈ। ਬਹੁਤੀਆਂ ਬੇਨਤੀਆਂ ਕਰਨੇ ਕਰਕੇ ਆਪਣੇ ਸੇਵਕ ਭਾਈ ਮਰਦਾਨੇ ਨੂੰ ਵਡਿਆਈ ਦਿੱਤੀ। ਇਸ ਮੁਹਾਵਤ ਨੂੰ ਜਮਨਾ ਵਿੱਚੋਂ ਜਲ ਲੈਣ ਲਈ ਕਿਹਾ ਵੀ ਜਲ ਲੈ ਕੇ ਆ। ਇਹ ਘੜਾ ਭਰ ਕੇ ਲਿਆਇਆ,
ਭਾਈ ਮਰਦਾਨਾ ਜੀ ਨੇ ਉਹ ਘੜਾ ਲੈ ਕੇ, ਗੁਰੂ ਜੀ ਨੇ ਕਿਹਾ ਵੀ ਸਤਨਾਮ ਕਹਿ ਕੇ ਭਾਈ ਮਰਦਾਨਾ ਘੜਾ ਲੈ ਲਾ ਅਤੇ ਹਾਥੀ ਦੇ ਉੱਪਰ ਛਿੜਕ ਕੇ ਸਤਨਾਮ ਵਾਹਿਗੁਰੂ ਤੈਨੂੰ ਜੀਵਤ ਕਰ ਦੇ। ਉਸੇ ਤਰ੍ਹਾਂ ਹੀ ਭਾਈ ਮਰਦਾਨਾ ਜੀ ਨੇ ਕੀਤਾ, ਸਤਨਾਮ ਵਾਹਿਗੁਰੂ ਕਹਿ ਕੇ ਉਹ ਹਾਥੀ ਜੀਵਤ ਕਰ ਦਿੱਤਾ। ਸੇਵਕ ਨੂੰ ਵਡਿਆਈ ਦੇ ਦਿੱਤੀ। ਕਰਨ ਕਰਾਉਣ ਵਾਲਾ ਤੇ ਮਹਾਰਾਜ ਆਪ ਹੀ ਹੈ, ਸਤਿਗੁਰ ਮੇਰਾ ਮਾਰ ਜੀਵਾਲਾ ਹੈ। ਮਾਰਨ ਵਾਲਾ ਜਗਾਉਣ ਵਾਲਾ ਤੇ ਪਰਮੇਸ਼ਰ ਆਪ ਹੀ ਹੈ। ਗੁਰੂ ਨਾਨਕ ਸਾਹਿਬ ਉਹ ਕਲਾ ਸਾਧ ਸੰਗਤ ਜੀ ਵਰਤਾਈ ਸੀ। ਫਿਰ ਮੁਹਾਵਤ ਜਿਵੇਂ ਖੁਸ਼ ਹੋਇਆ, ਸਿਕੰਦਰ ਲੋਧੀ ਨੂੰ ਦੱਸਿਆ। ਉੱਥੇ ਨਿਜ਼ਾਮੁਦੀਨ ਪੀਰ ਹੋਰ ਕਾਜੀ ਲੋਕ ਫਿਰ ਜਿਵੇਂ ਦਰਸ਼ਨਾਂ ਵਾਸਤੇ ਇਹ ਤਿਆਰ ਹੋਏ ਵੀ ਅਸੀਂ ਵੇਖੀਏ ਐਸਾ ਕਿਹੜਾ ਫਕੀਰ ਦਰਵੇਸ਼ ਹੈ ਜਿਹਨੇ ਹਾਥੀ ਜੀਵਤ ਕਰ ਦਿੱਤਾ ਹੈ। ਉਹ ਜਿਵੇਂ ਆਏ ਅਤੇ ਵਿਚਾਰ ਆਪੋ ਵਿੱਚ ਹੋਈ। ਆਓ ਆਪਾਂ ਪ੍ਰਸੰਗ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਜ਼ੀ ਸੰਗ ਲਿਏ ਪਾਤਸ਼ਾਹੂ। ਜੋ ਪਾਤਸ਼ਾਹ ਸਿਕੰਦਰ ਲੋਧੀ ਹੈ, ਐਵੇਂ ਸੁਣ ਕੇ ਮੁਹਾਵਤ ਤੋਂ ਵੀ ਜੋ ਆਪਣੇ ਬਾਗ ਵਿੱਚ ਫਕੀਰ ਦਰਵੇਸ਼ ਆਏ, ਬੜੇ ਸ਼ਕਤੀ ਵਾਲੇ, ਖੁਦਾ ਵੀ ਆ ਗਿਆ ਹੈ। ਇਹ ਬਾਦਸ਼ਾਹ ਜੀ, ਜਿਹੜਾ ਹਾਥੀ ਤੁਹਾਡਾ ਮਰ ਗਿਆ ਸੀ ਨਾ ਰੋਗ ਕਰਕੇ, ਉਸ ਹਾਥੀ ਨੂੰ ਇਹਨਾਂ ਫਕੀਰਾਂ ਨੇ ਦਰਵੇਸ਼ਾਂ ਨੇ ਠੀਕ ਕਰ ਦਿੱਤਾ, ਉਹ ਜੀਵਤ ਕਰ ਦਿੱਤਾ ਹੈ। ਇਹ ਕੁਝ ਸੁਣ ਕੇ ਜਿਹੜਾ ਸੀ ਪਾਤਸ਼ਾਹ ਬੜਾ ਹੈਰਾਨ ਹੋਇਆ। ਫਿਰ ਉਸ ਨੇ ਕਾਜੀ ਨਿਜ਼ਾਮੁਦੀਨ, ਇੱਕ ਪੀਰ ਸਨ ਨਾਲ, ਉਹ ਪੀਰ ਅਤੇ ਹੋਰ ਆਪਣੇ ਜਿਹੜੇ ਸਿਪਾਹੀ ਐਲਕਾਰ ਉਹ ਨਾਲ ਲੈ ਲਏ ਐ। ਚੱਲ ਆਏ ਸ੍ਰੀ ਨਾਨਕ ਬਾਹੂ। ਜਿੱਥੇ ਗੁਰੂ ਨਾਨਕ ਸਾਹਿਬ ਜੀ ਇਹ ਬਾਗ ਵਿੱਚ ਬਿਰਾਜਮਾਨ ਬੈਠੇ ਹੋਏ ਸੀ, ਸਤਿਗੁਰ ਜੀ ਦੇ ਪਾਸ ਇਹ ਜਿਹੜੇ ਚੱਲ ਕੇ ਆ ਗਿਆ ਪਾਤਸ਼ਾਹ ਸਿਕੰਦਰ ਲੋਧੀ। ਕਰ ਪਦ ਬੰਦਨ ਗੁਰ ਢਿਗ ਬਾਸੇ। ਐਵੇਂ ਨਮਸਕਾਰ ਕਰਕੇ ਤੇ ਸਤਿਗੁਰ ਜੀ ਦੇ ਕੋਲ ਜੇ ਹੋ ਕੇ ਬੈਠੇ ਐ ਪਾਤਸ਼ਾਹ ਦੇ ਕਾਜੀ ਲੋਕ। ਕਾਜ਼ੀ ਬਚਨ ਕਹੇ ਤਬ ਐਸੇ। ਤਦੋਂ ਜਿਹੜਾ ਕਾਜੀ ਸੀ ਉਸ ਨੇ ਸਤਿਗੁਰੂ ਜੀ ਨੂੰ ਐਸੇ ਬਚਨ ਕਹੇ। ਏਤ ਮਹਾਵਤ ਹਾਥੀ ਜੋ। ਕਹਿਣ ਲੱਗਾ, ਇਹ ਦਰਵੇਸ਼ ਜੀ, ਆ ਜਿਹੜਾ ਮੁਹਾਵਤ ਦਾ ਹਾਥੀ ਮਰਿਆ ਪਿਆ ਸੀ, ਰੋਂਦਾ ਸੀ, ਇਸ ਮੁਹਾਵਤ ਦੇ ਵਾਸਤੇ ਜੀਵਾਇਓ ਤੁਮ ਨਹੀਂ ਸੋ। ਜੋ ਮੁਹਾਵਤ ਦਾ ਹਾਥੀ ਸੀ ਤੇ ਉਹਦੇ ਵਾਸਤੇ ਕੀ ਵੀ ਦਰਵੇਸ਼ ਜੀ, ਫਕੀਰ ਜੀ, ਆ ਤੁਸਾਂ ਨੇ ਜਿਵਾਇਆ, ਤੁਸਾਂ ਨੇ ਜੀਵਤ ਕੀਤਾ ਹੈ। ਸੁਨ ਕੇ ਰਾਵਰ ਸਿਫਤ ਕਨੇਰੀ। ਸੁਣ ਕੇ ਸਤਿਗੁਰੂ ਨਾਨਕ ਸਾਹਿਬ ਜੀ ਆਪਣੀ ਸਿਫਤ ਸਲਾਹ। ਦਰਸ਼ਨ ਹਿਤ ਆਏ ਬਿਨ ਦੇਰੀ। ਸੁਣ ਕੇ ਰਾਵਰ ਸਿਫਤ ਕਨੇਰੀ। ਕਾਜੀ ਕਹਿੰਦਾ ਵੀ ਵੇਖ ਲਓ ਦਰਵੇਸ਼ ਜੀ, ਸੰਤ ਜੀ, ਤੁਹਾਡੀ ਆਪ ਜੀ ਦੀ ਬਹੁਤੀ ਸਿਫਤ ਸੁਣ ਕੇ ਤੇ ਪਾਤਸ਼ਾਹ ਸਿਕੰਦਰ ਲੋਧੀ ਦੇ ਅਸੀਂ ਸਾਰੇ ਤੁਹਾਡੇ ਦਰਸ਼ਨਾਂ ਵਾਸਤੇ ਆਏ ਆ। ਕਾਜ਼ੀ ਕੀ ਦਿਸ਼ ਦੇਖ ਗੁਸਾਈ। ਕਾਜੀ ਦੀ ਤਰਫ ਦੇਖ ਕੇ ਸੰਸਾਰ ਦੇ ਸਾਈਂ ਗੁਰੂ ਨਾਨਕ ਸਾਹਿਬ ਜੀ। ਬਾਣੀ ਨਿਰਹੰਕਾਰ ਅਲਾਈ। ਜਿਹੜੇ ਬਾਣੀ ਬਚਨ ਹੈ ਉਹ ਨਿਰਹੰਕਾਰ, ਹੰਕਾਰ ਤੋਂ ਰਹਿਤ ਦੇ ਬਚਨ ਕਹੇ ਆ। ਮਾਣ ਹੰਕਾਰ 'ਚ ਕੋਈ ਨਹੀਂ ਬਚਨ ਕਿਹਾ, ਕਿਉਂਕਿ ਗੁਰੂ ਨਾਨਕ ਸਾਹਿਬ ਨਿਰੰਕਾਰ ਹਨ। ਪਾਓ ਜੋ ਹੰਕਾਰ ਤੋਂ ਰਹਿਤ ਹੈ ਪਰਮਾਤਮਾ, ਉਹ ਹੈ ਗੁਰੂ ਨਾਨਕ ਸਾਹਿਬ ਜੀ। ਐਸੇ ਬਚਨ ਹੰਕਾਰ ਤੋਂ ਰਹਿਤ ਕਹੇ ਐ। ਹਮ ਹੈ ਕੌਣ ਮ੍ਰਿਤਕ ਜੀਵਾ ਰਹਾ। ਇਹ ਕਾਜੀਆ, ਅਸੀਂ ਕੌਣ ਹੁੰਦੇ ਆ?
ਆਪ ਕਿਸੇ ਨੂੰ ਮਾਰਨ ਵਾਲੇ ਤੇ ਜੀਵਾਉਣ ਵਾਲੇ। ਇਕ ਕਰਤਾਰ ਜਿਵਾਵਹਿ ਮਾਰਹਿ। ਇੱਕੋ ਇੱਕ ਕਰਤਾਰ ਪਰਮਾਤਮਾ ਹੀ ਹੈ, ਪਰਮੇਸ਼ਰ ਖੁਦਾ, ਜਿਹੜਾ ਸਭ ਨੂੰ ਜਿਵਾਉਂਦਾ ਹੈ ਤੇ ਸਭ ਨੂੰ ਮਾਰਦਾ ਹੈ। ਤਿਸ ਬਿਨ ਔਰ ਸਕਤ ਕਿਸ ਮਾਹੀ। ਇਹ ਕਾਜੀ ਉਹ ਖੁਦਾ ਤੋਂ ਬਿਨਾ ਕਿਸ ਵਿੱਚ ਹੋਰ ਦੇ ਐਸੀ ਸ਼ਕਤੀ ਕਲਾ ਹੈਗੀ ਹੈ, ਤਾਕਤ, ਕਿ ਜਿਹੜਾ ਕਿਸ ਨੂੰ ਮਾਰ ਦੇਵੇ ਤੇ ਕਿਸੇ ਨੂੰ ਜਵਾ ਦੇਵੇ। ਵਿਆਪਕ ਕਲਾ ਦੇਖੀਅਤ ਜਾਹੀ। ਕਿ ਜਿਸ ਦੀ ਵਿਆਪਕ ਪਰਿਪੂਰਨ ਕਲਾ ਹਰ ਥਾਂ ਹੀ ਦੇਖੀ ਜਾਏ। ਕਾਜ਼ੀ ਕਹੇ ਸ਼ਕਤ ਜੇ ਧਾਰਹੁ। ਕਾਜੀ ਕਹਿਣ ਲੱਗਾ ਵੀ ਐ ਦਰਵੇਸ਼ ਜੀ, ਜੇ ਤੁਸੀਂ ਸ਼ਕਤੀ ਕਲਾ ਧਾਰਦੇ ਹੋ, ਆਪਣੇ ਵਿੱਚ ਰੱਖਦੇ ਹੋ। ਮੁਖ ਤੇ ਕਹਿ ਅਬ ਕਹਿ ਗਜ਼ ਮਾਰਹੁ। ਜਿਵੇਂ ਤੁਸਾਂ ਨੇ ਜਵਾਬ ਦਿੱਤਾ ਨਾ ਮੁਖੋਂ ਕਹਿ ਕੇ, ਇਸੇ ਤਰ੍ਹਾਂ ਹੁਣ ਵੀ ਮੁਖ ਤੋਂ ਕਹਿ ਕੇ ਤੇ ਇਹ ਹਾਥੀ ਜਿਹੜਾ ਜੀਵਤ ਕਰ ਦਿਓ ਜੀ। ਜੇ ਤੁਮ ਕਹਿ ਗਇਓ ਮਰ ਕੁੰਚਰਾ। ਤੇ ਜੇ ਤੁਸੀਂ ਕਹੋ, ਜੇ ਹੁਣ ਕਹਿੰਦਾ ਹੈ ਮੁਖ ਤੇ ਕਹਿ ਅਬ ਕਹਿ ਗਜ ਮਾਰੋ, ਕਹਿੰਦਾ ਵੀ ਹੁਣ ਜੇ ਦਰਵੇਸ਼ ਜੀ ਤੁਸੀਂ ਮੁਖੋਂ ਕਹਿ ਕੇ ਹਾਥੀ ਨੂੰ ਮਾਰ ਦਿਓ, ਤੇ ਜੇ ਤੁਹਾਡੇ ਕਹੇ ਹਾਥੀ ਮਰ ਜਾਏ ਤੋ ਜਾਣ ਪਰਤਖ ਕਲਾ ਧਰ। ਤੇ ਮੈਂ ਜਾਣਾਂਗਾ ਵੀ ਤੁਸੀਂ ਮਹਾਨ ਖੁਦਾ ਰੂਪੀ ਹੋ, ਬੜੀ ਤਗੜੀ ਸ਼ਕਤੀ ਰੱਖਦੇ ਹੋ ਆਪਣੇ ਵਿੱਚ। ਸੁਨ ਪ੍ਰਭ ਬੋਲੇ ਸਹਜ ਸੁਭਾਏ। ਸੁੱਤੇ ਸੇਧੀ ਸਤਿਗੁਰੂ ਜੀ ਕਾਜੀ ਤੋਂ ਸੁਣ ਕੇ ਬਚਨ ਬੋਲੇ ਐ। ਜਿਉ ਖੁਦਾਏ ਕੀ ਹੋਏ ਰਜਾਏ। ਇਹ ਕਾਜੀਆ, ਜਿਵੇਂ ਖੁਦਾ ਦੀ ਰਜਾਏ ਹੋਏਗੀ, ਆਗਿਆ ਹੋਏਗੀ। ਤਤ ਛਿਨ ਕੁੰਚਲ ਗਿਰਿਓ ਬਹੋਰੀ। ਜਿਵੇਂ ਉਹ ਖੁਦਾ ਦੀ ਆਗਿਆ ਹੋਏਗੀ ਉਸੇ ਤਰ੍ਹਾਂ ਹੋ ਜਾਏਗਾ। ਜਦੋਂ ਮਹਾਰਾਜ ਜੀ ਨੇ ਬਚਨ ਕਿਹਾ ਹੈ, ਉਸੇ ਵੇਲੇ ਕਹਿੰਦੇ ਜਿਹੜਾ ਹਾਥੀ ਹੈ ਡਿੱਗ ਪਿਆ। ਫਿਰ ਹਰਿਓ ਮ੍ਰਿਤਕ ਹੋਏ ਤੇ ਸਹੀ ਠਾਰੀ। ਉਸੇ ਥਾਂ ਤੇ ਜਿੱਥੇ ਪਹਿਲਾਂ ਮਰਿਆ ਪਿਆ ਸੀ ਤੇ ਖੜਾ ਹੋਇਆ, ਉੱਥੇ ਫਿਰ ਡਿੱਗ ਕੇ ਮਰ ਕੇ ਪੈ ਗਿਆ ਹੈ। ਪਾਤ ਸਾਹੇ ਕੇ ਬੈਠਿਓ ਤੀਰਾ। ਤੇ ਪਾਤਸ਼ਾਹ ਜੋ ਇਸਕੰਦਰ ਲੋਧੀ ਸੀ, ਉਹਦੇ ਕੋਲ ਉਸ ਵੇਲੇ ਇੱਕ ਬੈਠਿਆ ਹੋਇਆ ਸੀ। ਹੁਤੋ ਨਿਜ਼ਾਮ ਦੀਨ ਇੱਕ ਪੀਰ। ਇੱਕ ਨਿਜ਼ਾਮੁਦੀਨ ਪੀਰ ਹੈ ਸੀ, ਜੋ ਪਾਤਸ਼ਾਹ ਸਿਕੰਦਰ ਲੋਧੀ ਦੇ ਪਾਸ ਹੀ ਬੈਠਾ ਸੀ, ਜਿਹੜਾ ਬੜਾ ਸਿਆਣਾ ਸੀ। ਤਿਨ ਕਾਜ਼ੀ ਸੋ ਬਚਨ ਉਚਾਰੇ। ਉਸ ਪੀਰ ਨਿਜ਼ਾਮੁਦੀਨ ਨੇ ਕਾਜੀ ਨਾਲ ਐਵੇਂ ਬਚਨ ਕਹੇ। ਇਹ ਖੁਦਾਏ ਹੈ ਨਰ ਤਨ ਧਾਰੇ। ਇਹ ਕਾਜ਼ੀਆ ਹੈ ਪਾਤਸ਼ਾਹ, ਇਹ ਜੋ ਦਰਵੇਸ਼ ਹੈਗੇ ਆ ਨਾ, ਇਹ ਖੁਦਾ ਨੇ ਆਪ ਹੀ ਸਰੀਰ ਧਾਰਿਆ ਮਨੁੱਖਾਂ ਵਾਲਾ। ਖੁਦਾ ਆਪ ਹੀ ਦਰਵੇਸ਼ ਬਣ ਕੇ ਆ ਗਿਆ ਹੈ। ਭਜਨ ਬਿਫਲ ਇਹ ਕੋ ਨਹ ਹੋਏ। ਤੇ ਜਦੋਂ ਖੁਦਾ ਹੀ ਦਰਵੇਸ਼ ਬਣ ਕੇ ਆ ਗਿਆ, ਫਿਰ ਐਸਾ ਕਿਹੜਾ ਬਚਨ ਹੈ ਜਿਹੜਾ ਦਾ ਨਿਸਫਲ ਹੋਵੇ? ਕੋਈ ਬਚਨ ਨਹੀਂ ਇਹਨਾਂ ਦਾ ਵਿਅਰਥ ਹੋਏਗਾ। ਸ਼ਰਧਾ ਧਰ ਦੁਖ ਲੱਗੇ ਨਾ ਕੋਏ। ਜਿਹੜਾ ਵੀ ਇਹਨਾਂ ਉੱਪਰ ਸ਼ਰਧਾ ਰੱਖੇਗਾ, ਉਹਨੂੰ ਕੋਈ ਦੁੱਖ ਦਲਿੱਦਰ ਨਹੀਂ ਲੱਗੇਗਾ। ਪੁਨ ਕਾਜ਼ੀ ਕਹਿ ਦੇਹੋ ਜਿਵਾਏ। ਫਿਰ ਕਾਜੀ ਕਹਿਣ ਲੱਗਾ ਵੀ ਇਹ ਦਰਵੇਸ਼ ਜੀ, ਅੱਜ ਜਿਵੇਂ ਤੁਸੀਂ ਕਹਿ ਕੇ ਮਾਰ ਦਿੱਤਾ ਨਾ ਹਾਥੀ, ਇਹਨੂੰ ਫੇਰ ਜਵਾ ਦਿਓ। ਤੋ ਜਾਨੋ ਮੈਂ ਆਪ ਖੁਦਾਏ। ਤਾਂ ਮੈਂ ਜਾਣਾਂਗਾ ਵੀ ਆਪ ਖੁਦਾ ਰੂਪ ਹੋ। ਪਹਿਲਾਂ ਵੀ ਇਸੇ ਤਰ੍ਹਾਂ ਕਿਹਾ ਵੀ ਜੇ ਤੁਸੀਂ ਮਾਰ ਦਿਓ ਮੈਂ ਜਾਣਾਂਗਾ ਖੁਦਾ ਰੂਪ ਹੋ। ਹੁਣ ਕਹਿੰਦਾ ਤੁਸੀਂ ਜੇ ਜਵਾ ਦਿਓ ਮੈਂ ਜਾਣਾਂਗਾ ਵੀ ਆਪ ਹੀ ਖੁਦਾ ਆ ਗਿਆ ਦਰਵੇਸ਼ ਰੂਪ ਵਿੱਚ। ਸੁਨ ਗੁਣ ਐਨ ਸੋ ਬੈਨ ਜਿਵਾਏ। ਸੁਨ ਗੁਣ ਐਨ ਸੋ ਬੈਨ ਉਚਾਰੇ। ਕਾਜੀ ਦੇ ਬਚਨ ਸੁਣ ਕੇ ਜੋ ਗੁਣਾਂ ਦੇ ਘਰ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਬਚਨ ਉਚਾਰੇ। ਸੰਤ ਬਚਨ ਕੇ ਜੇਉ ਮਾਰੇ। ਇਹ ਕਾਜੀ ਆ ਜਿਹੜੇ ਸੰਤ ਹੁੰਦੇ ਆ ਨਾ, ਉਹ ਸੰਤ ਜੇ ਬਚਨ ਕਰਕੇ ਜਿਹਨੂੰ ਮਾਰ ਦੇਣ, ਖਤਮ ਕਰ ਦੇਣ, ਤਿਨ ਕੋ ਕੋਈ ਨਾ ਸਕਾ ਜਿਵਾਏ। ਉਹਨਾਂ ਨੂੰ ਕੋਈ ਨਹੀਂ ਜਵਾ ਸਕਦਾ। ਜਿਨ੍ਹਾਂ ਨੂੰ ਸੰਤ ਮਾਰ ਦੇਣ,
ਐਸਾ ਕੋਈ ਬਲੀ ਨਹੀਂ ਸੰਤਾਂ ਦਾ ਬਚਨ ਟਾਲ ਦਵੇ। ਮੇਟੀ ਜਾਏ ਨਾ ਕਬਹਿ ਜਾਏ। ਸੰਤਾਂ ਦੀ ਜਿਹੜੀ ਆਗਿਆ ਹੈ ਉਹਨੂੰ ਕੋਈ ਨਹੀਂ ਮੇਟ ਸਕਦਾ। ਸੰਤਾਂ ਦੇ ਬਚਨ ਨੂੰ ਮੇਟਿਆ ਨਹੀਂ ਜਾ ਸਕਦਾ, ਉਹਨਾਂ ਦੀ ਆਗਿਆ ਨੂੰ। ਈਸ਼ਰ ਆਇਸ ਸੰਤ ਹਟਾਵੈ। ਜੋ ਈਸ਼ਰ ਪਰਮਾਤਮਾ ਹੈ, ਪਰਮ ਪੁਰਖ ਪਰਮੇਸ਼ਰ, ਉਹ ਜੇ ਆਗਿਆ ਕਰੇ ਤੇ ਸੰਤਾਂ ਨੂੰ ਜੇ ਨਾ ਚੰਗਾ ਲੱਗੇ ਨਾ, ਅੱਵਲ ਤੇ ਲੱਗਦਾ ਹੀ ਹੈ। ਪਰ ਜੇ ਸੰਤ ਕਹਿਣ ਨਾ ਮਹਾਰਾਜ ਐਸਾ ਨਹੀਂ ਹੋਣਾ ਚਾਹੀਦਾ, ਉਹ ਸੰਤ ਪਰਮਾਤਮਾ ਦੀ ਆਗਿਆ ਨੂੰ ਹਟਾ ਦਿੰਦੇ, ਮੋੜ ਦਿੰਦੇ ਐ। ਸੰਤ ਕਾਹੇ ਕੋ ਕੌਣ ਮਿਟਾਵੈ। ਪਰ ਹੇ ਕਾਜੀ, ਜੇ ਸੰਤ ਕਹਿ ਦੇਣ ਉਹਨੂੰ ਕੌਣ ਹਟਾਵੇ। ਸੰਤਾਂ ਦਾ ਕਿਹਾ ਹੋਇਆ ਨਹੀਂ ਕੋਈ ਹਟਾ ਸਕਦਾ। ਸਾਧ ਬਚਨ ਅਟਲਾਦਾ, ਜੋ ਸਾਧਾਂ ਨੇ ਬਚਨ ਕਰ ਦਿੱਤਾ ਉਹਦੇ ਅਟਲ ਬਚਨ ਹੈ। ਸੰਤਾਂ ਦੇ ਬਚਨ ਨੂੰ ਕੋਈ ਨਹੀਂ ਮਿਟਾ ਸਕਦਾ। ਦੋਹਰਾ ਜੈਸੇ ਜਗ ਅੰਧਾ ਕਰਿਓ। ਜਿਸ ਤਰ੍ਹਾਂ ਹੈ ਕਾਜੀ ਆ ਸੰਸਾਰ ਨੂੰ ਉਸ ਪਰਮੇਸ਼ਰ ਨੇ ਅਗਿਆਨ ਵਿੱਚ ਅੰਨ੍ਹਿਆ ਕੀਤਾ ਹੈ। ਬਿਲਕੁਲ ਮਾਇਆ ਸੰਗ ਭੁਲਾਏ। ਆਪਣੀ ਮਾਇਆ ਪ੍ਰਬਲ ਪਾ ਕੇ ਤੇ ਮਾਇਆ ਨਾਲ ਭੁਲਾ ਦਿੱਤਾ ਸਾਰੇ ਸੰਸਾਰ ਨੂੰ। ਸਾਰੇ ਭੁੱਲੇ ਫਿਰਦੇ, ਮਾਇਆ ਵਿੱਚ ਫਸੇ। ਸਤਿਗੁਰ ਬਚਨ ਸੁਚੇਤ ਕਰ। ਪਰ ਜਿਹੜੇ ਸਤਿਗੁਰੂ ਹੁੰਦੇ ਨਾ ਪੂਰੇ, ਉਹ ਆਪਣੇ ਬਚਨ ਕਰਕੇ ਉਹ ਜੀਵ ਦੇ ਜਿਹੜਾ ਸੰਸਾਰ ਅੰਨਾ ਹੋਇਆ, ਮਾਇਆ ਵਿੱਚ ਭੁੱਲਿਆ ਹੋਇਆ, ਤੇ ਉਹ ਜੀਵਾਂ ਨੂੰ ਬਚਨ ਕਰਕੇ ਸੁਚੇਤ ਕਰ ਦਿੰਦੇ, ਅਗਿਆਨ ਵੱਲੋਂ ਸਾਵਧਾਨ ਕਰ ਦਿੰਦੇ, ਹੋਸ਼ ਵਿੱਚ ਲਿਆ ਦਿੰਦੇ ਹੈ, ਐ ਟਿਕਾਓ ਵਿੱਚ ਕਰ ਦਿੰਦੇ ਆ ਸਤਿਗੁਰੂ ਪੂਰੇ। ਦੇਵਹਿ ਨਾਮ ਦ੍ਰਿੜਾਏ। ਤੇ ਜੋ ਸੱਚਾ ਸੁੱਚਾ ਵਾਹਿਗੁਰੂ ਦਾ ਨਾਮ ਹੈ ਉਹ ਦ੍ਰਿੜਾ ਦਿੰਦੇ, ਪੱਕਿਆਂ ਕਰ ਦਿੰਦੇ ਆ, ਜਿਸ ਕਰਕੇ ਅਗਿਆਨ ਵੀ ਮੇਟ ਦਿੰਦੇ ਸਤਿਗੁਰੂ ਪੂਰੇ। ਚੌਪਈ ਜਿਸ ਕੋ ਚਾਹੈ ਕਰਾਂ ਉਧਾਰਾ। ਜਿਸ ਦਾ ਸਤਿਗੁਰੂ ਚਾਹਣ ਉਹਦਾ ਉਧਾਰ ਕਰ ਦਿੰਦੇ, ਉਹਨੂੰ ਪਾਰ ਲੰਘਾ ਦਿੰਦੇ ਐ। ਬੰਧਨ ਦੇਹ ਸਰਬ ਨਿਰਵਾਰਾ। ਮੋਹ ਮਮਤਾ ਦੇ ਸੰਸਾਰ ਵਿੱਚ ਰਹਿੰਦਿਆਂ ਜਿੰਨੇ ਬੰਧਨ ਹੈ ਉਹ ਸਾਰੇ ਬੰਧਨ ਹੀ ਨਿਵਰਤ ਕਰ ਦਿੰਦੇ ਆ ਸਤਿਗੁਰੂ ਤੇ ਸੰਤ। ਜਿਉ ਅੰਬਰੀਕ ਭਗਤ ਢਿਗ ਆਇਓ। ਜਿਵੇਂ ਅੰਬਰੀਕ ਭਗਤ ਸੀ ਰਾਜਾ, ਤੇ ਉਹਦੇ ਕੋਲ ਭਗਤ ਢਿਗ ਆਇਓ। ਜਿਵੇਂ ਅੰਬਰੀਕ ਭਗਤ ਦੇ ਕੋਲ ਆਇਆ ਸੀ ਇੱਕ ਵੇਲੇ। ਦੁਰਭਾਸ਼ਾ ਔਰ ਕ੍ਰੋਧ ਵਢਾਇਓ। ਜੋ ਦੁਰਭਾਸ਼ਾ ਰਿਖੀ ਸੀ ਕ੍ਰਿਸ਼ਨ ਦਾ ਗੁਰੂ, ਉਹ ਇੰਨਾ ਸਮਰੱਥ ਹੋ ਕੇ ਤੇ ਉਹ ਦੁਰਭਾਸ਼ਾ ਰਿਖੀ ਦੇ ਕੋਲ ਕ੍ਰੋਧ ਵਢਾ ਕੇ ਆਇਆ ਸੀ। ਦੁਰਭਾਸ਼ਾ ਰਿਖੀ ਅੰਬਰੀਕ ਦੇ ਕੋਲ, ਤੇ ਉਹ ਸਾਖੀ ਇਵੇਂ ਆਉਂਦੀ ਹੈ ਕਿ ਦੁਰਭਾਸ਼ਾ ਰਿਖੀ ਰਾਜਾ ਹੋਇਆ ਹੈ, ਪਰ ਭਗਤ ਬੜਾ ਪਿਆਰਾ ਸੀ। ਤੇ ਕੱਤਕ ਦੇ ਮਹੀਨੇ ਵਿੱਚ ਇਕਾਦਸ਼ੀ ਦਾ ਵਰਤ ਰੱਖਦਾ ਸੀ ਅੰਬਰੀਕ। ਤੇ ਇਸ ਦਾ ਸੁਭਾਅ ਸੀ ਵੀ ਬਿਨਾਂ ਕਿਸੇ ਅਤਿਥੀ ਸੰਤ ਨੂੰ ਸ਼ਿਕਾਇਤ ਤੋਂ ਬਿਨਾਂ ਭੋਜਨ ਨਹੀਂ ਸੀ ਸਕਦਾ। ਅੰਬਰੀਕ ਰਾਜੇ ਦਾ ਬਹੁਤ ਜ਼ਿਆਦਾ ਤੇਜ ਪ੍ਰਤਾਪ ਸਾਰੇ ਰਾਜਿਆਂ ਵਿੱਚੋਂ ਛਾਇਆ ਹੋਇਆ ਸੀ, ਜਿਸ ਕਰਕੇ ਦੁਰਭਾਸ਼ਾ ਰਿਖੀ ਕ੍ਰਿਸ਼ਨ ਜੀ ਦੇ ਗੁਰੂ ਉਹ ਉੱਥੇ ਆ ਗਏ ਇਹਦਾ ਤੇਜ ਪ੍ਰਤਾਪ ਸੁਣ ਕੇ। ਤੇ ਦੁਰਭਾਸ਼ਾ ਰਿਖੀ ਨੇ ਬੇਨਤੀ ਕੀਤੀ ਵੀ ਮਹਾਤਮਾ ਜੀ, ਮੈਂ ਵਰਤ ਰੱਖਿਆ ਤੇ ਮੇਰਾ ਵਰਤ ਤੁਸੀਂ ਖੋਲ੍ਹਣਾ, ਕਿਉਂਕਿ ਆਪ ਜੀ ਭੋਜਨ ਛਕਣਾ, ਤੁਹਾਡੇ ਭੋਜਨ ਛਕੇ ਤੋਂ ਬਿਨਾਂ ਮੈਂ ਅੱਜ ਤੱਕ ਕੁਝ ਨਹੀਂ ਖਾਂਦਾ ਜਿੰਨਾ ਚਿਰ ਕਿਸੇ ਅਤਿਥੀ ਲੋੜਵੰਦ ਨੂੰ ਨਾ ਛਕਾ ਦੇਵਾਂ। ਦੁਰਭਾਸ਼ਾ ਰਿਖੀ ਕਹਿੰਦਾ ਠੀਕ ਹੈ, ਮੈਂ ਪਹਿਲਾਂ ਇਸ਼ਨਾਨ ਕਰ ਆਵਾਂ। ਇਹ ਇਸ਼ਨਾਨ ਕਰਨ ਗਿਆ ਦੁਰਭਾਸ਼ਾ ਰਿਖੀ, ਤੇ ਉੱਥੇ ਦੇਰੀ ਲਾਈ ਜਾਵੇ ਜਾਣ ਬੁੱਝ ਕੇ। ਇਹਦੇ ਮਨ 'ਚ ਇਹ ਸੀ ਵੀ ਜੇ ਅੰਬਰੀਕ ਨੇ ਵਰਤ ਖੋਲ੍ਹ ਲਿਆ ਤੇ ਇਹਨੂੰ ਮੈਂ ਸ਼ਰਾਬ ਦੇ ਦੇਵਾਂਗਾ, ਤੇ ਜੇ ਮੈਂ ਨਾ ਗਿਆ ਆਪੇ ਦਾ ਨਿਯਮ ਭੰਗ ਹੋ ਜਾਏਗਾ, ਜੋ ਉਹਦਾ ਪਿਛਲਾ ਨਿਯਮ ਚੱਲਦਾ ਹੁੰਦਾ ਹੈ। ਇਹ ਮਨ ਵਿੱਚ ਥੋੜ੍ਹੀ ਹੈਗੀ ਸੀ ਐਸੀ ਗੱਲ। ਇੱਧਰੋਂ ਇਕਾਦਸ਼ੀ ਦਾ ਸਮਾਂ ਬੀਤਣ ਵਾਲਾ ਤੇ ਦੁਆਦਸ਼ ਦਾ ਦਿਨ ਚੜ੍ਹਨ ਵਾਲਾ ਸੀ। ਅੰਬਰੀਕ ਨੂੰ ਫਿਕਰ ਪੈ ਗਿਆ ਵੀ ਮੈਂ ਤੇ ਆਪਣਾ ਵਰਤ ਖੋਲ੍ਹਣਾ ਹੈ,
ਤੇ ਦਰਬਾਸ਼ਾ ਰਿਖੀ ਮਹਾਤਮਾ ਜੀ ਵਾਪਸ ਨਹੀਂ ਆਏ। ਫਿਰ ਇਹਨੇ ਪੰਡਤਾਂ ਨੂੰ ਪੁੱਛਿਆ ਵੀ ਕੀ ਕਰਨਾ ਚਾਹੀਦਾ ਹੈ, ਨਿਯਮ ਕੀ ਹੈ ਵਰਤ ਖੋਲ੍ਹਣ ਦਾ, ਮੈਂ ਤਾਂ ਖੋਲ੍ਹ ਨਹੀਂ ਸਕਦਾ ਆਪਣੇ ਆਪ। ਉਹਨਾਂ ਕਿਹਾ ਵੀ ਤੂੰ ਬਿਨਾਂ ਅੰਨ ਛਕੇ ਤੋਂ ਜਲ ਛਕ ਲਾ, ਕਿਉਂਕਿ ਜਿਹੜਾ ਜਲ ਹੈ ਨਾ ਅੰਨ ਵੀ ਹੈ ਅਤੇ ਅੰਨ ਵੀ ਹੈਗਾ ਵੀ ਨਹੀਂ ਹੈ। ਇਹ ਤੂੰ ਛਕ ਕੇ ਤੇ ਜਿਹੜਾ ਹੈ ਆਪਣਾ ਵਰਤ ਖੋਲ੍ਹ ਲਾ। ਦਰਬਾਸ਼ਾ ਰਿਖੀ ਆਏਗਾ ਅਤੇ ਤੂੰ ਉਹਨੂੰ ਭੋਜਨ ਛਕਾ ਦੇਣਾ, ਉਹਨਾਂ ਨੂੰ ਤੂੰ ਜਲ ਆਪਣਾ ਪ੍ਰਸ਼ਾਦਾ ਛਕਾ ਦੇਣਾ। ਇਹ ਅੰਬਰੀਕ ਨੇ ਉਸ ਵੇਲੇ ਜਿਹੜਾ ਜਲ ਲੈ ਕੇ ਤੇ ਠਾਕਰਾਂ ਦੀ ਚਰਨਾ ਮਿਰਤ ਲੈ ਲਈ, ਠਾਕਰਾਂ ਦੇ ਚਰਨ ਜਲ ਨਾਲ ਪੁਖਾਰ ਕਰਕੇ ਉਹ ਜਲ ਛਕ ਲਿਆ, ਵਰਤ ਖੋਲ੍ਹ ਲਿਆ। ਇਹਨਾਂ ਨੂੰ ਉੱਥੇ ਦਰਬਾਸ਼ਾ ਰਿਖੀ ਆ ਗਿਆ। ਦਰਬਾਸ਼ਾ ਰਿਖੀ ਇਹ ਵੇਖ ਕੇ ਬੜਾ ਗੁੱਸੇ ਵਿੱਚ ਆਇਆ, ਕਹਿਣ ਲੱਗਾ ਉਹ ਹੰਕਾਰੀਆ ਰਾਜਾ, ਇੱਕ ਪਾਸੇ ਤੇ ਤੂੰ ਮੈਨੂੰ ਪ੍ਰਸ਼ਾਦਾ ਭੋਜਨ ਵਾਸਤੇ ਕਿਹਾ ਹੈ, ਤੂੰ ਇੰਨਾ ਹੰਕਾਰੀ ਹੋ ਗਿਆ ਰਾਜਾ ਹੋ ਕੇ, ਤੇ ਜਿਹੜੇ ਅਤਿਥੀ ਸਾਡੇ ਵਰਗੇ ਤਿਆਗੀ ਨਾਲ ਸਤਿਕਾਰ ਨਹੀਂ ਕਰਦਾ, ਆਪਣੇ ਆਪ ਹੀ ਵਰਤ ਖੋਲ੍ਹ ਕੇ ਬੈਠ ਗਿਆ, ਮੈਂ ਤੈਨੂੰ ਸ਼ਰਾਪ ਦੇ ਕੇ ਰੱਖ ਦਿਆਂਗਾ। ਅੰਬਰੀਕ ਕਹਿਣ ਲੱਗਾ ਵੇਖੋ ਮਹਾਤਮਾ ਜੀ, ਰਿਖੀ ਜੀ, ਮੈਂ ਤਾਂ ਗੁਨਾਹਾਂ ਦਾ ਭਰਿਆ ਬੜਾ ਪਾਪੀ ਹਾਂ, ਮੈਨੂੰ ਕੁਝ ਨਾ ਕਹੋ, ਮੇਰੇ ਕੋਲ ਗਲਤੀ ਹੋ ਗਈ ਹੈ, ਮੈਂ ਅਜੇ ਜਾਲੀ ਛਕਿਆ ਹੋਰ ਭੋਜਨ ਨੂੰ ਮੂੰਹ ਨਹੀਂ ਲਾਇਆ, ਤੁਸੀਂ ਛਕੋ। ਪਰ ਦਰਬਾਸ਼ਾ ਕਿੱਥੇ ਮੰਨੇ, ਇਹ ਸ਼ਰਾਪ ਦੇਣ ਦੀ ਕੋਸ਼ਿਸ਼ ਕਰਨ ਲੱਗਾ। ਇਹਨਾਂ ਨੂੰ ਵਿਸ਼ਨੂੰ ਭਗਵਾਨ ਜੀ ਨੇ ਜਿਹੜਾ ਆਪਣਾ ਸੁਦਰਸ਼ਨ ਚੱਕਰ ਹੈ ਅੱਗ ਵਾਂਗ ਤਪਦਾ ਉਹ ਛੱਡ ਦਿੱਤਾ। ਸੁਦਰਸ਼ਨ ਚੱਕਰ ਦਰਬਾਸ਼ਾ ਰਿਖੀ ਦੇ ਪਿੱਛੇ ਲੱਗ ਗਿਆ। ਦਰਬਾਸ਼ਾ ਰਿਖੀ ਅੱਗੇ ਅੱਗੇ ਤੇ ਸੁਦਰਸ਼ਨ ਚੱਕਰ ਪਿੱਛੇ ਪਿੱਛੇ। ਇਹ ਸਿੱਧਾ ਹੀ ਇੰਦਰ ਦੇਵਤੇ ਕੋ ਗਿਆ, ਕਹਿਣ ਲੱਗਾ ਮੇਰੀ ਮਦਦ ਕਰੋ, ਸੁਦਰਸ਼ਨ ਚੱਕਰ ਮੇਰੇ ਪਿੱਛੇ ਲੱਗਾ ਹੋਇਆ ਭਗਵਾਨ ਦਾ। ਉਹ ਕਹਿਣ ਲੱਗੇ ਵੀ ਅਸੀਂ ਨਹੀਂ ਕੁਝ ਵੀ ਕਰ ਸਕਦੇ, ਇਹ ਤੂੰ ਬ੍ਰਹਮਾ ਕੋ ਚਲਿਆ ਜਾ, ਸਾਡੇ ਵੱਸ ਦੀ ਗੱਲ ਨਹੀਂ। ਇਹ ਬ੍ਰਹਮਾ ਕੋ ਗਿਆ। ਬ੍ਰਹਮਾ ਕਹਿਣ ਲੱਗੇ, ਕਹਿੰਦੇ ਚੱਲ ਜਾ ਪਿੱਛੇ, ਆ ਸੰਤਾਂ ਦੀ ਨਿੰਦਿਆ, ਸੰਤਾਂ ਨੂੰ ਦੁੱਖ ਦੇਣਾ ਸਾਨੂੰ ਨਹੀਂ ਚੰਗਾ ਲੱਗਦਾ, ਅਸੀਂ ਨਹੀਂ ਰੱਖਦੇ। ਅਤੇ ਇਹਨੂੰ ਪਿਛਾਂਹ ਮੋੜ ਦਿੱਤਾ। ਉੱਥੋਂ ਭੱਜ ਕੇ ਸ਼ਿਵ ਜੀ ਪਾਸ ਗਿਆ। ਸ਼ਿਵ ਜੀ ਨੇ ਵੀ ਇਹੀ ਗੱਲ ਕਹੀ ਕਿ ਸੰਤਾਂ ਦੀ ਨਿੰਦਿਆ ਕਰਨ ਵਾਲਾ, ਸੰਤਾਂ ਨੂੰ ਦੁੱਖ ਦੇਣ ਵਾਲਾ ਸਾਨੂੰ ਨਹੀਂ ਭਾਉਂਦਾ, ਭਗਤਾਂ ਨੂੰ ਸ਼ਰਾਪ ਦੇਣਾ ਤੂੰ। ਇਹ ਉੱਥੋਂ ਮੁੜ ਕੇ ਫਿਰ ਵਿਸ਼ਨੂੰ ਭਗਵਾਨ ਪਾਸ ਗਿਆ। ਵਿਸ਼ਨੂੰ ਭਗਵਾਨ ਨੇ ਕਿਹਾ ਵੀ ਹੇ ਦਰਬਾਸ਼ਾ ਰਿਖੀ, ਅਸੀਂ ਕੁਝ ਨਹੀਂ ਕਰ ਸਕਦੇ, ਸੁਦਰਸ਼ਨ ਚੱਕਰ ਭਾਵੇਂ ਸਾਡਾ ਹੀ ਛੱਡਿਆ ਹੋਇਆ ਹੈ, ਇਹ ਤੈਨੂੰ ਅੰਬਰੀਕ ਹੀ ਛਡਾ ਸਕਦਾ, ਸਾਡਾ ਭਗਤ, ਉੱਥੇ ਹੀ ਚਲਿਆ ਜਾ ਜੇ ਤੂੰ ਬਚਣਾ ਹੈ। ਤੇ ਇਹ ਫਿਰ ਦਰਬਾਸ਼ਾ ਰਿਖੀ ਅੰਬਰੀਕ ਰਾਜੇ ਦੀ ਆ ਕੇ ਸ਼ਰਣੀ ਪਿਆ। ਅਤੇ ਫਿਰ ਅੰਬਰੀਕ ਭਗਤ ਜੀ ਨੇ ਹੱਥ ਜੋੜੇ ਅਤੇ ਸੁਦਰਸ਼ਨ ਚੱਕਰ ਉੱਥੇ ਜਿਹੜਾ ਦਰਵਾਜ਼ੇ ਦੇ ਆ ਕੇ ਡਿੱਗ ਪਿਆ। ਅਤੇ ਅੱਗ ਵਾਂਗ ਜੋ ਸੁਦਰਸ਼ਨ ਚੱਕਰ ਘੁੰਮਦਾ ਸੀ, ਉਹਨੇ ਦਰਬਾਸ਼ਾ ਰਿਖੀ ਨੂੰ ਕੁਝ ਨਹੀਂ ਕਿਹਾ। ਭਾਈ ਗੁਰਦਾਸ ਜੀ ਕਹਿੰਦੇ ਹੈ, ਅੰਬਰੀਕ ਮੋਹੇ ਵਰਤ ਹੈ, ਰਾਤ ਪਈ ਦੁਰਬਾਸਾ ਆਇਆ, ਭੀੜਾ ਉਸ ਉਪਾਰ ਨਾ ਓਠ ਨਹਾਵਣ ਨਦੀ ਸੁਧਾਇਆ। ਇਹ ਨਦੀ ਵਿੱਚ ਨਹਾਉਣ ਚਲਾ ਗਿਆ ਹੇਰਾ ਫੇਰੀ ਕਰਕੇ ਦਰਬਾਸ਼ਾ ਰਿਖੀ। ਫਿਰ ਜਦੋਂ ਸ਼ਰਾਬ ਦੇਣ ਲੱਗਾ ਅਤੇ ਉਹ ਪਰਮੇਸ਼ਰ ਨੇ ਸੁਦਰਸ਼ਨ ਚੱਕਰ ਛੱਡਿਆ। ਅਤੇ ਭਾਈ ਗੁਰਦਾਸ ਜੀ ਲਿਖਦੇ ਹੈ, ਇੰਦਰ ਲੋਕ ਸਿਵ ਲੋਕ ਤਜ, ਬ੍ਰਹਮ ਲੋਕ ਬੈਕੁੰਠਤ ਜਾਇਆ। ਦੇਵਤਿਆਂ ਭਗਵਾਨ ਸਣ, ਸਿੱਖ ਦੇ ਸਭਨਾ ਸਮਝਾਇਆ। ਆਏ ਪਿਆ ਸਰਨਾਗਤੀ, ਮਾਰੀ ਦਾ ਅੰਬਰੀਕ ਛਡਾਇਆ। ਭਗਤ ਵਛਲ ਜਗ ਬਿਰਧ ਸਦਾਇਆ। ਅਤੇ ਉਹ ਵੇਖ ਲਓ, ਭਗਤ ਅੰਬਰੀਕ ਛਡਾ ਸਕੇ ਹੈ ਅਤੇ ਪਰਮੇਸ਼ਰ ਨੇ ਨਹੀਂ ਕੁਝ ਕੀਤਾ ਹੈ। ਕਹਿੰਦੇ ਸਾਡੇ ਵੱਸ ਦਾ ਰੋਗ ਨਹੀਂ ਹੈ। ਭਾਵੇਂ ਕਿ ਸਾਧ ਸੰਗਤ ਜੀ ਕਈ ਗਲਤੀਆਂ ਕਰ ਲੈਂਦੇ ਹੈ, ਇਵੇਂ ਸੰਤਾਂ ਨਾਲ ਵੈਰ ਵਿਰੋਧ, ਅੱਗੋਂ ਹੁਜਤਬਾਜ਼ੀ, ਪਰ ਉਹ ਮਹਿੰਗੀ ਪੈ ਜਾਂਦੀ ਹੈ। ਭਾਵੇਂ ਕਿ ਪੰਜ ਪਿਆਰੇ ਸਾਹਿਬਾਨ ਵੀ ਬੜੇ ਮਾਣਯੋਗ ਹੈ, ਗੁਰੂ ਰੂਪ ਮੰਨੇ ਗਏ ਹੈ, ਕਿ ਉਹਨਾਂ ਦਾ ਬਚਨ ਕਿਹਾ ਹੋਇਆ ਪੂਰਾ ਹੁੰਦਾ ਹੈ। ਪਰ ਜਿੱਥੇ ਇਹੋ ਜਿਹੀ ਗੱਲ ਬਣ ਜਾਏ, ਉੱਥੇ ਪੰਜ ਪਿਆਰੇ ਵੀ ਕਹਿ ਦਿੰਦੇ ਆ ਵੀ ਭਾਈ ਸੰਤਾਂ ਕੋਈ ਚਲੇ ਜਾਓ, ਉਹ ਕੁਝ ਕਰ ਸਕਦੇ ਹੈ।
ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸੰਤ ਕੇ ਹਤੇ ਕੋ ਰੱਖੈ ਨਾ ਕੋਏ। ਜਿਹੜਾ ਸੰਤ ਦਾ ਮਾਰਿਆ ਹੋਇਆ ਨਾ ਉਹਨੂੰ ਨਹੀਂ ਕੋਈ ਰੱਖ ਸਕਦਾ। ਜਿੱਥੇ ਮਰਜੀ ਪੰਜ ਪਿਆਰਿਆਂ ਕੋ ਚਲਿਆ ਜਾਏ, ਭਾਵੇਂ ਗੁਰੂ ਕੋ ਚਲਿਆ ਜਾਏ, ਕਿਉਂਕਿ ਇਹ ਗੱਲ ਗੁਰੂ ਜੀ ਨੇ ਆਪ ਬਚਨ ਕਹੇ ਹੈ। ਸੰਤ ਕਹਿ ਦੋਖੀ ਕੋ ਔਰ ਨਾ ਰਾਖਣ ਹਾਰ, ਨਾਨਕ ਸੰਤ ਭਾਵੇ ਤਾਂ ਲਇਓ ਬਾਰ। ਸੰਤ ਕੇ ਦੋਖੀ ਨੂੰ ਕੋਈ ਨਹੀਂ ਰੱਖ ਸਕਦਾ। ਜੇ ਸੰਤ ਹੀ ਬਚਾ ਲਏ ਤਾਂ ਉਹ ਬਚ ਸਕਦਾ ਹੈ। ਸੰਤਾਂ ਦੀ ਮਰਜ਼ੀ ਹੋਵੇ ਤੇ ਰਹਿ ਸਕਦਾ, ਨਹੀਂ ਤੇ ਉਹ ਜਿੱਥੇ ਮਰਜ਼ੀ ਭੱਜਿਆ ਨੱਠਿਆ ਫਿਰੇ, ਉਹਦਾ ਬਚਾਅ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਉਹੀ ਸਿੱਖਿਆ ਦੇ ਰਹੇ। ਪੰਕਤੀ ਪੜੋ ਜੀ। ਦੁਰਭਾਸ਼ਾ ਔਰ ਕ੍ਰੋਧ ਵਢਾਇਓ। ਇਹ ਦੁਰਭਾਸ਼ਾ ਅੰਬਰੀਕ ਭਗਤ ਦੇ ਕੋਲ ਆਇਆ ਸੀ ਕਿ ਵਰਤ ਮੈਂ ਖੋਲਾਂਗਾ, ਦੇਰੀ ਲਾਉਂਦਾ ਸੀ ਨਹਾਉਣ ਲੱਗਿਆਂ। ਭਗਤ ਜੀ ਨੇ ਵਰਤ ਖੋਲ੍ਹ ਲਿਆ ਜਲ ਦਾ ਗ੍ਰਹਿਣ ਕਰਕੇ। ਫਿਰ ਇਹਨੇ ਬੜਾ ਕ੍ਰੋਧ ਵਧਾਇਆ ਵੀ ਮੈਂ ਸ਼ਰਾਬ ਦੇ ਦਿਆਂਗਾ ਤੈਨੂੰ। ਤਪਤ ਚੱਕਰ ਤਿਹ ਪੀਛੇ ਲਾਗਿਓ। ਇਹ ਕਾਜੀ ਫਿਰ ਤਪਦਾ ਹੋਇਆ ਅੱਗ ਵਰਗਾ ਸੁਦਰਸ਼ਨ ਚੱਕਰ ਅੰਬਰੀਕ ਦੇ ਪਿੱਛੇ ਲੱਗ ਗਿਆ। ਜਰਤ ਅੰਗ ਔਰ ਡਰ ਕਰ ਭਾਗਿਓ। ਜਿਸ ਕਰਕੇ ਅੰਗਾਂ ਵੀ ਅੰਗ ਸੜਦੇ ਸਨ, ਹਿਰਦੇ ਵਿੱਚ ਡਰਦਾ ਹੋਇਆ ਭੱਜਿਆ ਅੰਬਰੀਕ। ਸਾਸ ਸਵਿਤਾ ਨਹ ਰਾਖਿਓ ਜਿਸਨੂੰ। ਦੁਰਭਾਸ਼ਾ ਜਿਹੜਾ ਹਿਰਦੇ ਵਿੱਚ ਡਰ ਕਰਕੇ ਭੱਜਿਆ। ਤੇ ਸੱਸ ਕਹੀਏ ਚੰਦਰਮਾ ਸੂਰਜ, ਇਸ ਤਰ੍ਹਾਂ ਜਿਸ ਨੂੰ ਇਹ ਵੀ ਨਹੀਂ ਸੀ ਰੱਖ ਸਕੇ, ਕੋਈ ਨਹੀਂ ਰੱਖ ਸਕਿਆ। ਦ੍ਰੋਹਣ ਗਰੀਸ ਗਇਓ ਢਿਗ ਵਿਸ਼ਨੂੰ। ਇੰਦਰ ਪਾਸ ਗਿਆ, ਚੰਦਰਮਾ ਸੂਰਜ ਪਾਸ। ਇਸੇ ਤਰ੍ਹਾਂ ਜੋ ਹੈ ਸ਼ਿਵ ਜੀ ਬ੍ਰਹਮਾ, ਉਹਨਾਂ ਪਾਸ ਗਿਆ। ਇੰਦਰ ਲੋਕ ਸਿਵ ਲੋਕ ਤਜ, ਬ੍ਰਹਮ ਲੋਕ ਬੈਕੁੰਠ ਤੇ ਜਾਇਆ। ਫਿਰ ਵਿਸ਼ਨੂੰ ਜੀ ਕੋ ਚਲਾ ਗਿਆ। ਤੇ ਉਸ ਵੇਲੇ ਦੇਵਤਿਆਂ ਭਗਵਾਨ ਸਨ। ਸਿੱਖ ਦੇ ਸਭਨਾ ਸਮਝਾਇਆ ਸੀ ਇਹਨੂੰ। ਇੱਕ ਛਿਨ ਰਾਖ ਸਕਿਓ ਨਹ ਕੋ। ਵੇਖ ਲਾ ਕਾਜੀਆ, ਇੱਕ ਛਿਨ ਵੀ ਕੋਈ ਰੱਖ ਨਹੀਂ ਸਕਿਆ। ਇਹ ਕਹਿੰਦੇ ਰਹੇ ਆ ਸੰਤਾਂ ਨੂੰ ਦੁੱਖ ਦੇ ਨਾ ਚਲਿਆ ਜਾ ਸਾਡੇ ਪਾਸੋਂ। ਭੂਪ ਸ਼ਰਨ ਆਇਓ ਪਨਸੋ। ਫਿਰ ਦੁਰਭਾਸ਼ਾ ਦੇਖੀ ਕਿੱਥੇ ਸਮੇਂ ਦੇ ਅਵਤਾਰ ਕ੍ਰਿਸ਼ਨ ਭਗਵਾਨ ਦੇ ਗੁਰੂ ਸਨ, ਪਰ ਕੋਈ ਨਹੀਂ ਛਡਾ ਸਕਿਆ। ਰਾਜੇ ਦੀ ਸ਼ਰਨ ਵਿੱਚ ਆਇਆ ਸੀ ਅੰਬਰੀਕ ਦੇ। ਇੱਥੇ ਹੱਥ ਪੱਲਾ ਜੋੜਿਆ, ਆਏ ਪਿਆ ਸਰਨਾਗਤੀ, ਮਾਰੀ ਦਾ ਅੰਬਰੀਕ ਛਡਾਇਆ। ਜੋ ਦੁਰਭਾਸ਼ਾ ਰਖੀ ਮਾਰਿਆ ਪਿਆ ਸੀ, ਇਹਨੂੰ ਅੰਬਰੀਕ ਨੇ ਛਡਾਇਆ ਸੀ। ਜਰਤ ਚੱਕਰ ਤੇ ਤਾਹੇ ਉਬਾਰਾ। ਸੜਦੇ ਹੋਏ ਚੱਕਰ ਦੇ ਡਰ ਤੋਂ ਇਸ ਦੁਰਭਾਸ਼ਾ ਨੂੰ ਬਚਾਇਆ ਸੀ। ਇਹੋ ਸੰਤਨ ਕੀ ਸਿਫਤ ਅਪਾਰਾ। ਇਉਂ ਹੈ ਕਾਜੀ ਜਿਹੜੇ ਸੰਤ ਹੁੰਦੇ ਆ ਨਾ, ਉਹਨਾਂ ਦੀ ਸਿਫਤ ਬੇਅੰਤ ਹੈ। ਭਾਵ ਅਸੀਂ ਪਰਮਾਤਮਾ ਦੇ ਸੰਤ ਹਾਂ। ਆਹੋ ਹੁਣ ਬਚਨ ਕਰ ਦਿੱਤਾ, ਹਾਥੀ ਮਰ ਗਿਆ, ਇਹ ਨਹੀਂ ਜਿੰਦਾ ਜੁੰਦਾ ਹੋਣਾ ਹੈ। ਇਹ ਹੁਣ ਇੱਦਾਂ ਹੀ ਰਹੇਗਾ। ਇਹ ਕਾਜੀ ਲੋਕ ਬੜੇ ਹੱਥ ਜੋੜਦੇ ਰਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਤਾਂ ਦੇ ਸੰਬੰਧ ਵਿੱਚ ਇੱਕ ਬਚਨ ਕਿਹਾ ਹੈ ਸ਼ਬਦ ਵਿੱਚ। ਸੰਤ ਕਾ ਲੀਆ ਧਰਤ ਬਿਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ, ਸੰਤ ਕੋ ਰਾਖੇ ਆਪਣੇ ਜੀਅ ਨਾਲ। ਗੁਰੂ ਅਰਜਨ ਦੇਵ ਸਾਹਿਬ ਜੀ ਇਹ ਗੱਲ ਕਹਿੰਦੇ ਹੈ ਵੀ ਜਿਹੜੇ ਸੰਤ ਆ ਨਾ, ਸੰਤਾਂ ਦਾ ਫਟਕਾਰਿਆ ਹੋਏ ਕੋਈ ਪੁਰਸ਼, ਕਹਿੰਦੇ ਅਸੀਂ ਧਰਤੀ ਵਿੱਚ ਉਹਨੂੰ ਗੱਡ ਦਿਆਂਗੇ, ਜਾਂ ਧਰਤੀ ਵਿੱਚ ਉਹਨੂੰ ਪੁੱਟ ਕੇ ਉਹਦੇ ਵਿੱਚ ਰੱਖ ਦਿਆਂਗੇ। ਧਰਤ ਬਿਦਾਰੋਂ, ਜਾਂ ਵੀ ਜਿਹੜਾ ਸੰਤਾਂ ਦਾ ਫਟਕਾਰਿਆ ਹੋਇਆ ਨਾ ਪੁਰਸ਼, ਮਹਾਰਾਜ ਕਹਿੰਦੇ ਉਹਨੂੰ ਧਰਤੀ 'ਤੇ ਪਟਕਾ ਕੇ ਮਾਰਾਂਗੇ। ਸੰਤ ਕਾ ਨਿੰਦਕ ਆਕਾਸ਼ ਤੇ ਟਾਰੋਂ, ਜਿਹੜੇ ਓਲੇ ਓਲੇ ਹੋ ਕੇ ਨਿੰਦਿਆ ਕਰਦੇ ਹੈ ਸੰਤਾਂ ਦੀ। ਗੁਰੂ ਮਹਾਰਾਜ ਕਹਿੰਦੇ ਅਰਜਨ ਦੇਵ ਜੀ ਆਂਦੇ ਹੀ ਆਕਾਸ਼ ਤੋਂ, ਜਿਹੜੇ ਆਕਾਸ਼ ਹੈ ਆਕਾਸ਼ ਤੋਂ ਟਾਲ ਦਿਆਂਗੇ, ਭਾਵ ਆਕਾਸ਼ ਤੋਂ ਥੱਲੇ ਸੁੱਟਾਂਗੇ। ਇਸ ਕਰਕੇ ਦੈਤ ਦਿੰਦੇ ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਿਆ ਤਿਸਕਾ ਪਤਨ ਹੋਏ। ਇਹ ਭਾਈ ਸੰਤਾਂ ਦੀ ਨਿੰਦਿਆ ਨਾ ਕਰੋ, ਜਿਹੜਾ ਕਰੇਗਾ ਉਹਦਾ ਨਾਸ ਹੋ ਜਾਏਗਾ, ਫਿਰ ਤੇ ਕੋਈ ਨਹੀਂ ਰੱਖਣ ਵਾਲਾ ਹੋਏਗਾ। ਇਵੇਂ ਮਹਾਰਾਜ ਸੰਤਾਂ ਦੀ ਸਿਫਤ ਕਹਿੰਦੇ ਵੀ ਸੰਤਾਂ ਦੀ ਸਿਫਤ ਬਹੁਤੀ ਹੈ। ਭਗਤ ਨਾਮਦੇਵ ਜੀ ਵੀ ਇਹ ਗੱਲ ਕਹਿੰਦੇ ਹੈ, ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ। ਉਹ ਆਕਾਸ਼ਬਾਣੀ ਹੋਈ ਸੀ ਭਗਤ ਨਾਮਦੇਵ ਜੀ ਨੂੰ, ਇਹ ਨਾਮਦੇਵ
ਮੇਰੀ ਬੱਧੀ ਹੋਈ ਮਰਿਆਦਾ ਨੂੰ ਭਗਤ ਜਿਹੜੇ ਛਡਾ ਸਕਦੇ, ਢਾ ਸਕਦੇ ਆ। ਪਰ ਜੋ ਸੰਤਾਂ ਨੇ ਮਰਿਆਦਾ ਬੰਨ੍ਹਦੀ ਨਾ ਵੀ ਮਹਾਰਾਜ ਆ ਨਹੀਂ ਹੋਣਾ ਚਾਹੀਦਾ, ਇੱਦਾਂ ਕਰਨਾ, ਕਹਿੰਦੇ ਉਹ ਮੈਂ ਵੀ ਨਹੀਂ ਛਡਾ ਸਕਦਾ। ਇੱਕ ਵਾਰ ਕਹਿੰਦੇ ਜਿਹਨੂੰ ਮੈਂ ਬੰਨ੍ਹ ਲਿਆ ਉਹਨੂੰ ਭਗਤ ਦੇ ਛਡਾ ਸਕਦੇ ਆ, ਪਰ ਕਹਿੰਦੇ ਜੇ ਉਹਨਾਂ ਨੇ ਬੰਨ੍ਹ ਲਿਆ ਅਸੀਂ ਨਹੀਂ ਛਡਾ ਸਕਦੇ। ਕੋਈ ਹੱਥ ਜੋੜੇ, ਮਹਾਰਾਜ ਮੈਂ ਤੇ ਤੁਹਾਨੂੰ ਮੰਨਦਾ ਹਾਂ, ਉਹ ਤੁਹਾਡੇ ਸੰਤਾਂ ਨੇ ਮੈਨੂੰ ਬੰਨ੍ਹ ਲਿਆ ਹੈ, ਤੁਸੀਂ ਤੇ ਉਹਦੇ ਗੁਰੂ ਹੋ, ਛਡਾ ਲਓ ਮੈਨੂੰ। ਉੱਥੇ ਵੀ ਨਹੀਂ ਗੁਰੂ ਚਾਹੁੰਦੇ, ਕਹਿੰਦੇ ਤੇ ਸੰਤ ਹੀ ਤੈਨੂੰ ਛਡਾਉਣਗੇ ਤੇ ਤੂੰ ਛੁੱਟ ਸਕਦਾ, ਅਸੀਂ ਨਹੀਂ ਕੁਝ ਕਰ ਸਕਦੇ। ਸੰਤਾਂ ਦੀ ਗੱਲ ਵਿੱਚ ਬਿਲਕੁਲ ਪਰਮਾਤਮਾ ਵਾਹਿਗੁਰੂ ਗੁਰੂ ਪੀਰ ਕੋਈ ਨਹੀਂ ਜੇ ਵਿੱਚ ਆਉਂਦਾ। ਇਸ ਕਰਕੇ ਭਾਈ ਜਿਹੜੀ ਆ ਸੰਤ ਕੀ ਨਿੰਦਾ ਬਹੁਰ ਬਹੁਰ ਅਵਤਾਰ ਇਹ ਜਨਮ ਦੇ ਦਿੰਦੀ ਬਹੁਤੇ। ਇਸ ਕਰਕੇ ਸੰਤਾਂ ਦੀ ਨਿੰਦਿਆ ਤੋਂ ਬਚ ਕੇ ਰਹੀਏ। ਮਹਾਰਾਜ ਕਹਿ ਰਹੇ ਐ ਪੜ ਦੋਹਰਾ ਸੰਤਨ ਕੀ ਸਿਫਤ ਅਪਾਰਾ। ਇਹ ਕਾਜੀਆਂ ਵਿੱਚ ਸੰਤਾਂ ਸਾਧਾਂ ਦੀ ਬੜੀ ਸਿਫਤ ਸਲਾਹ ਹੈ, ਬਹੁਤ ਮਹਾਨ ਹੁੰਦੇ ਐ। ਦੋਹਰਾ ਕਰਨਾ ਏਕੰਕਾਰ ਜੋ ਕਰਨਾ ਨਾ ਇੱਕ ਓਂਕਾਰ ਪਰਮਾਤਮਾ ਦਾ ਜੋ ਕੀਤਾ ਹੋਇਆ ਹੈ। ਸੰਤ ਸੋ ਦੇਤ ਹਟਾਏ, ਜਿਹੜੇ ਉਹਦੇ ਸੰਤ ਹੈ ਉਹ ਤੇ ਉਹਨੂੰ ਹਟਾ ਦਿੰਦੇ, ਮੋੜ ਦਿੰਦੇ। ਮਹਾਰਾਜ ਆ ਨਹੀਂ ਅਸੀਂ ਕਰਨ ਦੇਣਾ, ਉਹ ਮੰਨ ਜਾਂਦਾ ਪਰਮਾਤਮਾ। ਸੰਤਨ ਕੇ ਜੋ ਬਚਨ ਹੈ, ਪਰ ਜੋ ਸੰਤਾਂ ਦੇ ਬਚਨ ਹੈ ਨਾ ਕਾਜੀ, ਕੋਈ ਨਾ ਸਕਹਿ ਮਿਟਾਏ, ਉਹਨਾਂ ਨੂੰ ਕੋਈ ਨਹੀਂ ਮਿਟਾ ਸਕਦਾ। ਜੇ ਭਗਤ ਨਾਮਦੇਵ ਜੀ ਕਹਿੰਦੇ ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਹ ਕੋ ਗਹਿ ਬਾਂਦੇ, ਤੌਫਨ ਮੋਹ ਪੈ ਜਵਾਬ ਨਾ ਹੋਏ। ਇਹ ਨਾਮਦੇਵ ਇੱਕ ਸਮੇਂ ਜੇ ਮੈਂ ਬੰਨ ਲਵਾਂ ਉਹ ਛਡਾ ਸਕਦੇ ਆ, ਪਰ ਜੇ ਉਹ ਬੰਨ ਲੈਣ ਮੇਰੇ ਕੋਲ ਜਵਾਬ ਨਹੀਂ ਹੁੰਦਾ, ਮੈਂ ਨਹੀਂ ਜਵਾਬ ਦੇ ਸਕਦਾ। ਉਹਨਾਂ ਦਾ ਬਚਨ ਨਹੀਂ ਮਿਟਿਆ ਜਾ ਸਕਦਾ। ਜੋ ਪਈ ਗੁਣ ਖਾਨੀ ਕੇ ਬੈਨਨ ਸੁਨ ਕਾ, ਗੁਣਾਂ ਦੀ ਖਾਨ ਸਤਿਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਕੇ ਬੰਦਨ ਕਰ ਹੈ ਚਰਨ ਗੁਰ ਗੁਣ ਕਾ, ਨਮਸਕਾਰਾਂ ਚਰਨਾਂ ਉੱਪਰ ਕਰਦੇ, ਪੂਜਨੀਕ ਆਪਣੇ ਗੁਰੂ ਜਾਣ ਕੇ ਵਿਚਾਰ ਕੇ। ਪੀਰ ਨਿਜ਼ਾਮ ਦੀਨ ਕਰ ਜੋਰੀ, ਇਹ ਬਹੁਤ ਨਿਮਰਤਾ ਵਾਲੇ ਸਨ ਨਿਜ਼ਾਮਦੀਨ ਪੀਰ, ਦੋਵੇਂ ਹੱਥ ਜੋੜ ਕੇ ਬੋਲਿਓ ਹੈ ਕਰ ਦੀਨ ਬਹੋਰੀ। ਇਹਨਾਂ ਦੇ ਨਾਮ ਤੇ ਸਟੇਸ਼ਨ ਵੀ ਹੈਗਾ ਦਿੱਲੀ ਵਿੱਚ, ਹਜ਼ਰਤ ਨਿਜ਼ਾਮੂਦੀਨ ਉਹੀ ਉਹ ਪੀਰ ਸਨ। ਇਹ ਬੋਲਿਓ ਹੈ ਕਰ ਦੀਨ ਬਹੌਰੀ, ਨਿਜ਼ਾਮਦੀਨ ਪੀਰ ਬੜਾ ਦੀਨ ਮਾਣਾ ਹੋ ਕੇ ਦੋਵੇਂ ਹੱਥ ਜੋੜ ਕੇ ਬੋਲਿਆ, ਸਭ ਹੀ ਸ਼ਰਨ ਤੁਮਾਰੀ ਆਏ। ਇਹ ਦਰਵੇਸ਼ ਜੀ ਸੰਤ ਜੀ ਖੁਦਾ ਰੂਪ ਤੁਹਾਡੀ ਸ਼ਰਨ ਅਸੀਂ ਸਾਰੇ ਆਏ ਹੋਏ ਆ। ਵੇਖੋ ਅਬ ਪਨ ਕੁੰਚਰ ਦੇਹੋ ਜਿਵਾਏ, ਹੁਣ ਮਹਾਰਾਜ ਅਬ ਪੁੰਨ, ਹੁਣ ਮਹਾਰਾਜ ਜਿਹੜਾ ਇੱਕ ਕੁੰਚਰ ਹਾਥੀ ਹੈ ਤੁਸੀਂ ਜਵਾ ਦਿਓ ਜੀ। ਤਵ ਖੁਦਾਏ ਮੈਂ ਭੇਦ ਨਾ ਕੋ, ਕਿਉਂਕਿ ਮੈਂ ਵੇਖਿਆ ਵੀ ਤੁਹਾਡੇ ਤੇ ਖੁਦਾ ਵਿੱਚ ਭੇਦ ਫਰਕ ਨਹੀਂ ਹੈ, ਤੁਸੀਂ ਖੁਦਾ ਹੀ ਹੋ ਆਪ। ਚਾਹੋ ਜੋ ਔਰ ਮਹਿ ਕਰ ਹੋ ਸੋ, ਜੋ ਤੁਸੀਂ ਹਿਰਦੇ ਵਿੱਚ ਚਾਹੋਗੇ ਉਹੀਓ ਕਰ ਸਕਦੇ ਹੋ ਜੀ। ਬੋਲੇ ਪ੍ਰਭ ਉਠੋ ਮਰਦਾਨਾ, ਇਹਨਾਂ ਦੀ ਬੇਨਤੀ ਸੁਣ ਕੇ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਪ੍ਰਭੂ ਜੀ ਬਚਨ ਬੋਲੇ ਹੈ, ਹੇ ਮਰਦਾਨੇ ਉਠੋ, ਛਿੜਕਹੁ ਜਲ ਤੁਮ ਲੈ ਨਿਜ ਪਾਨਾ, ਆਪਣੇ ਹੱਥਾਂ ਵਿੱਚ ਸੋਹਣਾ ਜਲ ਲੈ ਕੇ ਹਾਥੀ ਦੇ ਉੱਪਰ ਛਿੜਕੋ। ਕਹੇ ਪੀਰ ਕੇ ਅਬ ਕੀ ਵਾਰੀ, ਪੀਰ ਜੀ ਕਹਿ ਰਹੇ ਹੈ ਹੁਣ ਦੀ ਵਾਰੀ ਪੀਰ ਦੇ ਕਹੇ ਤੇ। ਦੇਹ ਜਵਾਏ ਮਰਿਓ ਗਜ ਭਾਰੀ, ਜੋ ਇਹ ਹਾਥੀ ਭਾਰੀ ਮਰਿਆ ਹੋਇਆ ਇਹਨੂੰ ਤੂੰ ਜਵਾ ਦੇ ਮਰਦਾਨਿਆਂ। ਇਹ ਵੀ ਗੁਰੂ ਸਾਹਿਬ ਜੀ ਦੀ ਵਡਿਆਈ ਹੈ। ਮਹਾਰਾਜ ਬਚਨਾਂ ਨਾਲ ਜਿਵੇਂ ਮਾਰ ਸਕਦੇ ਆ ਤੇ ਉਠਾ ਵੀ ਸਕਦੇ ਆ, ਪਰ ਸੇਵਕ ਨੂੰ ਵਡਿਆਈ ਦੇਣੀ ਨਾ, ਆਪਣੇ ਸੇਵਕ ਕੋ ਦੇ ਵਡਿਆਈ। ਸਾਹਿਬ ਹੱਥ ਵਡਿਆਈਆਂ ਜੈ ਭਾਵੈ ਤੇ ਦੇ, ਸਾਹਿਬ ਮਾਲਕ ਦੇ ਹੱਥ ਵਡਿਆਈਆਂ, ਜਿਹਨੂੰ ਦੇ ਦੇ ਤੇ ਦੇ ਦੇ, ਉਹਦੀ ਮਰਜ਼ੀ ਹੈ। ਜਿਹਨੂੰ ਨਹੀਂ ਦੇਣੀਆਂ ਭਾਵੇਂ ਭੱਜਾ ਫਿਰ ਉਹਨੂੰ ਵਡਿਆਈ ਨਹੀਂ ਮਿਲ ਸਕਦੀ। ਮਹਾਰਾਜ ਵਡਿਆਈ ਦੇਣ ਵਾਸਤੇ ਭਾਈ ਮਰਦਾਨੇ ਨੂੰ ਅੱਗੇ ਕੀਤਾ ਵੀ ਮਰਦਾਨਿਆ ਹਾਥੀ ਜਵਾ ਦੇ। ਦੋਹਰਾ
ਉਠਤ ਭਇਓ ਤਤਕਾਲ ਪੁਨ ਭਾਈ ਮਰਦਾਨਾ ਬੜੀ ਛੇਤੀ ਫਿਰ ਉੱਠਣ ਲੱਗਾ। ਜਲ ਲੈ ਕਹਿ ਸਤਨਾਮ ਸਤਨਾਮ ਕਹਿ ਕੇ ਜਲ ਜਿਹੜਾ ਲੈ ਲਿਆ ਹੱਥਾਂ ਵਿੱਚ। ਛਿੜਕੇ ਤੇ ਜੀਵਿਓ ਤੁਰਤ ਜਦੋਂ ਇਹ ਸਤਨਾਮ ਵਾਹਿਗੁਰੂ ਕਹਿ ਕੇ ਜਲ ਛਿੜਕਿਆ, ਛਿੜਕਣ ਤੇ ਹੀ ਹਾਥੀ ਬੜੀ ਛੇਤੀ ਜੀ ਪਿਆ ਹੈ। ਜੋ ਕੁੰਚਰ ਅਬਰਾਮ ਜੋ ਕੁੰਚਰ ਅਬਰਾਮ ਜੋ ਬੜਾ ਸੋਹਣਾ ਹਾਥੀ ਹੈ। ਚੌਪਈ ਕੌਤਕ ਦੇਖ ਬਿਸਮ ਪੇ ਸਭ ਹੀ ਸਾਰੇ ਇਹ ਕੌਤਕ ਦੇਖ ਕੇ ਬੜੇ ਹੈਰਾਨ ਅਚਰਜ ਹੋਏ ਹੈ। ਬਾਰ ਬਾਰ ਬੰਦ ਹੈ ਪਦ ਤਬ ਹੀ ਬਾਰ ਬਾਰ ਸਤਿਗੁਰ ਜੀ ਦੇ ਤਦੋਂ ਨਮਸਕਾਰਾਂ ਕਰਦੇ ਐ। ਕਹਿਣ ਲੱਗੇ ਨਿਜ ਦੇਹੁ ਉਪਦੇਸਾ ਕਹਿਣ ਲੱਗੇ ਹੇ ਦਰਵੇਸ਼ ਜੀ ਪੀਰ ਜੀ ਸਾਨੂੰ ਉਪਦੇਸ਼ ਦਿਓ। ਤੁਮ ਖੁਦਾਏ ਤਨ ਧਰ ਦਰਵੇਸਾ ਤੁਸੀਂ ਤੇ ਆਪ ਖੁਦਾ ਉਹ ਦਰਵੇਸ਼ਾਂ ਵਾਲਾ ਸਰੀਰ ਮਨੁੱਖਾ ਧਾਰ ਕੇ ਆਏ ਹੋ ਜੀ। ਸ੍ਰੀ ਗੁਰ ਭਨ ਸੁਨਹੁ ਪਦ ਸਾਹਿਬ ਗੁਰੂ ਸਾਹਿਬ ਜੀ ਕਹਿਣ ਲੱਗੇ ਸਿਕੰਦਰ ਲੋਧੀ ਪਾਤਸ਼ਾਹ ਬਚਨ ਸੁਣ ਸਾਡਾ। ਧਰਮ ਨਿਆਏ ਕੀਜੈ ਚਿਤ ਚਾਹੇ ਚਿੱਤ ਵਿੱਚ ਚੰਗੀ ਚਾਹਨਾ ਕਰਕੇ ਨਾ ਧਰਮ ਦਾ ਨਿਆਂ ਇਨਸਾਫ ਕਰਿਆ ਕਰ। ਕਾਜ਼ੀ ਨਹ ਰਿਸ਼ਵਤ ਕਬ ਲੀਜੈ ਤੇ ਹੈ ਕਾਜੀ ਤੂੰ ਵੀ ਜਿਹੜਾ ਕਿਸੇ ਕੋਲੋਂ ਰਿਸ਼ਵਤ ਨਾ ਕਦੀ ਲਿਆ ਕਰ। ਰਾਖੋ ਧਰਮ ਨਾ ਕਿਹ ਦੁਖ ਦੀਜੈ ਆਪਣਾ ਸਵੈ ਧਰਮ ਵਿੱਚ ਪੱਕਿਆਂ ਰਹਿ ਤਾਂ ਆਪਣਾ ਧਰਮ ਰੱਖ। ਕਿ ਵੱਡੀ ਲੈ ਕੇ ਹੱਕ ਗਵਾਏ, ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ। ਐਵੇਂ ਲਾਲ ਕਿਤਾਬ ਪੜ੍ਹ ਕੇ ਰਿਸ਼ਵਤ ਨਹੀਂ ਲੈਣੀ ਹੈ। ਧਰਮ ਰੱਖ ਤੇ ਕਿਸੇ ਨੂੰ ਦੁੱਖ ਨਾ ਦਈਏ। ਸਤ ਸੰਗਤ ਮਿਲ ਸੇਵਾ ਕਰਨੀ ਪਾਤਸ਼ਾਹ ਦੇ ਸਮੇਤ ਕਾਜੀ ਨਿਜ਼ਾਮਦੀਨ ਪੀਰ ਸਾਰਿਆਂ ਨੂੰ ਕਿਹਾ ਹੈ ਵੀ ਸਤ ਸੰਗਤ ਵਿੱਚ ਮਿਲ ਕੇ ਤੇ ਸਾਰੀ ਸਤ ਸੰਗਤ ਦੀ ਸੇਵਾ ਕਰਨੀ ਹੈ। ਮਨ ਮਲੀਨਤਾ ਸਗਲੀ ਹਰਨੀ ਮਨ ਵਿੱਚ ਜਿਹੜੀ ਮਲੀਨਤਾ ਆਈ ਹੈ, ਈਰਖਾ ਰਾਗ ਦਵੈਸ਼, ਸਾਰੀ ਦੀ ਮੈਲ ਨਾਸ ਕਰਨੀ ਹੈ। ਸਤ ਨਾਮ ਸਿਮਰਹ ਦਿਨ ਰਾਤੀ ਰਾਤ ਹੋਵੇ ਦਿਨ ਹੋਵੇ ਸਤਨਾਮ ਵਾਹਿਗੁਰੂ ਖੁਦਾ ਦਾ ਨਾਮ ਸਿਮਰੋ, ਯਾਦ ਕਰੋ। ਹਿਰਦੇ ਸਰਦਾ ਧਾਰ ਭਲ ਭਾਂਤੀ ਤੇ ਚੰਗੀ ਤਰ੍ਹਾਂ ਹੈ ਪਾਤਸ਼ਾਹ ਦੇ ਕਾਜ਼ੀਆ ਹਿਰਦੇ ਵਿੱਚ ਖੁਦਾ ਦੀ ਨਾਮ ਦੀ ਸ਼ਰਧਾ ਰੱਖ ਧਾਰ। ਦੋਹਰਾ ਹਿਤ ਖੁਦਾਏ ਦਸ਼ਵੰਦ ਦੇ ਐਵੇਂ ਜੋ ਖੁਦਾ ਹੈ, ਖੁਦਾ ਦੇ ਨਿਮਿਤ ਖੁਦਾ ਦੇ ਵਾਸਤੇ ਦਸਵੰਧ ਦੇ ਕੇ ਕੀਜੈ ਧਰਮ ਨਿਆਏ ਤੇ ਜੋ ਧਰਮ ਦੇ ਤੌਰ ਤੇ ਇਨਸਾਫ ਹੈ ਨਾ, ਜੋ ਧਰਮੀ ਇਨਸਾਫ ਹੈ ਉਹ ਕਰਿਆ ਕਰ। ਗਤ ਪ੍ਰਾਪਤ ਹੋਵਹਿ ਤੁਮਹਿ ਇਸ ਤਰ੍ਹਾਂ ਕਰਨੇ ਕਰਕੇ ਤੁਹਾਨੂੰ ਕਲਿਆਣ ਪ੍ਰਾਪਤ ਗਤੀ ਪ੍ਰਾਪਤ ਹੋਏਗੀ। ਇਸ ਬਿਦ ਕਿਰਤ ਕਮਾਏ ਇਸ ਤਰ੍ਹਾਂ ਜਿਹੜੀ ਹੈ ਕਿਰਤ ਕਮਾਏਗੇ, ਕਮਾ ਕੇ ਇਸ ਤਰ੍ਹਾਂ ਦੀ ਕਮਾਈ ਕਮਾ ਕੇ, ਇਸ ਤਰ੍ਹਾਂ ਦਾ ਕਰਤੱਵ ਕਮਾ ਕੇ। ਚੌਪਈ ਆਸ ਉਪਦੇਸ਼ ਦੀਨ ਤਿਨ ਨੀਕਾ ਇਸ ਤਰ੍ਹਾਂ ਦਾ ਜਿਹੜਾ ਉਪਦੇਸ਼ ਹੈ ਸਿਕੰਦਰ ਲੋਧੀ ਦੇ ਸਮੇਤ ਚੰਗਾ ਸਭ ਨੂੰ ਦਿੱਤਾ ਸਤਿਗੁਰੂ ਜੀ ਨੇ। ਕਰ ਸੰਤੋਖ ਤਹਾਂ ਸਭ ਹੀ ਕਾ ਸਾਰਿਆਂ ਦੇ ਦਿਲ ਦਾ ਹਿਰਦੇ ਦੇ ਵਿੱਚ ਉੱਥੇ ਸਭ ਨੂੰ ਸੰਤੋਖ ਕੀਤਾ ਮਹਾਰਾਜ ਨੇ। ਜਥਾ ਲਾਭ ਤਥਾ ਸੰਤੁਸ਼ਟ ਸਾਰਿਆਂ ਦੇ ਹਿਰਦੇ ਵਿੱਚ ਹੀ ਸੰਤੋਖ ਕਰ ਦਿੱਤਾ, ਭਰ ਦਿੱਤਾ ਹੈ। ਵਿਦਾ ਭਏ ਤਿਨ ਤੇ ਬਰਿਆਈ ਬੜੇ ਮੱਲੋ ਮੱਲੀ ਸਤਿਗੁਰ ਜੀ ਫਿਰ ਇਹਨਾਂ ਸਾਰਿਆਂ ਕਾਜੀ ਤੋਂ ਪਾਤਸ਼ਾਹ ਤੋਂ ਵਿਦਾ ਹੋਏ ਹੈ। ਗਮਨ ਕੀਨ ਮਾਰਗ ਜਗ ਸਾਈ ਜਗਤ ਦੇ ਸਾਈਂ ਗੁਰੂ ਸਾਹਿਬ ਜੀ ਨੇ ਰਸਤੇ ਵਿੱਚ ਚੱਲਣਾ ਕੀਤਾ ਅੱਗੇ। ਕੀਨ ਮਨੋਰਥ ਮਨ ਮਰਦਾਨੇ ਜੋ ਭਾਈ ਮਰਦਾਨਾ ਹੈ ਇੱਧਰ ਚੱਲਦਿਆਂ ਇਹਨੇ ਮਨ ਵਿੱਚ ਮਨੋਰਥ ਕੀਤਾ ਹੈ ਵੀ ਮੇਰੀ ਵੀ ਪੂਜਾ ਹੋਵੇ। ਗੁਰੂ ਸਾਹਿਬ ਜੀ ਦੇ ਬੜੀ ਹੁੰਦੀ ਹੈ ਪੂਜਾ, ਸਾਨੂੰ ਤੇ ਕੋਈ ਮੱਥਾ ਨਹੀਂ ਟੇਕਦਾ, ਕੋਈ ਭੇਟਾ ਨਹੀਂ ਰੱਖਦਾ, ਵੀ ਸਾਨੂੰ ਵੀ ਇਸੇ ਤਰ੍ਹਾਂ ਕੋਈ ਕਰਨ, ਹਾਂ ਸਾਡਾ ਵੀ ਸਤਿਕਾਰ ਹੋਵੇ। ਇਵੇਂ ਭਾਈ ਮਰਦਾਨਾ ਜੀ ਰਸਤੇ ਵਿੱਚ ਚੱਲਦਿਆਂ ਮਨੋਰਥ ਖਿਆਲ ਫੁਰਨੇ ਜੇ ਕੀਤੇ ਹੈ। ਮਮ ਮਨਤਾ ਕਿਮ ਹੋਏ ਮਹਾਨੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਪੂਜਾ ਹੁੰਦੀ ਹੈ, ਬੜੀ ਮੰਨਤਾ ਹੁੰਦੀ ਹੈ। ਤੇ ਜਿਸ ਤਰ੍ਹਾਂ ਵੀ ਮੇਰੀ ਵੀ ਮੰਨਤਾ ਹੋਵੇ ਬਹੁਤ ਜ਼ਿਆਦਾ। ਮੁਝ ਕੋ ਬੰਦ ਹੈ ਸਭਨ ਨਰ ਨਾਰ
ਮੁਝਕੋ ਬੰਦਹ ਸਭ ਨਰ ਨਾਰੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਮਾਈ ਭਾਈ ਆ ਕੇ ਮੱਥੇ ਟੇਕਣਾ ਕਰਦੇ ਆ, ਇਸੇ ਤਰ੍ਹਾਂ ਵੀ ਕਿਵੇਂ ਮੇਰੀ ਵੀ ਬਹੁਤੀ ਮੰਨਤਾ ਪੂਜਾ ਹੋਵੇ ਤੇ ਸਾਰੇ ਮਾਈ ਭਾਈ ਆ ਕੇ ਮੈਨੂੰ ਮੱਥੇ ਟੇਕਣ। ਭੇਟਾ ਉਤਮ ਧਰਹਿ ਅਗਾਰੀ। ਜਿਵੇਂ ਗੁਰੂ ਸਾਹਿਬ ਜੀ ਦੇ ਅੱਗੇ ਬੜੀਆਂ ਉੱਤਮ ਮਹਾਨ ਭੇਟਾ ਲਿਆ ਰੱਖਦੇ ਆ, ਇਹ ਉੱਤਮ ਭੇਟਾ ਸਾਡੇ ਮੇਰੇ ਅੱਗੇ ਲਿਆ ਰੱਖਣ। ਅੰਤਰਯਾਮੀ ਔਰ ਕੀ ਜਾਨੀ। ਇੱਧਰ ਦਿਲਾਂ ਦੀਆਂ ਜਾਣਨ ਵਾਲੇ, ਅੰਦਰ ਦੀਆਂ ਜਾਣਨ ਵਾਲੇ ਅੰਤਰਜਾਮੀ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਦੇ ਹਿਰਦੇ ਦੀ ਜਾਣੀ ਹੈ। ਮੁਸਕਤ ਮੰਦ ਕਹੀ ਮ੍ਰਿਦ ਬਾਣੀ। ਮੁਸਕਰਾਉਂਦਿਆਂ ਹੋਇਆਂ, ਹੌਲੀ ਹੌਲੀ ਹੱਸਦਿਆਂ ਹੋਇਆਂ ਬੜੇ ਕੋਮਲ ਬਚਨ ਬਾਣੀ ਕਹੇ ਐ। ਹਿਰਦੇ ਵਿਚਾਰਤ ਜੋ ਤੁਮ ਆਵਹੋ। ਇਹ ਮਰਦਾਨਿਆ, ਜੋ ਤੂੰ ਹਿਰਦੇ ਵਿੱਚ ਵਿਚਾਰਦਾ ਹੋਇਆਂ ਆਪ ਸਾਡੇ ਪਿੱਛੇ ਚੱਲੀ ਆਉਂਦਾ ਹੈ। ਅਗਰਜ ਪੁਰ ਮਨ ਭਾਵਤ ਪਾਵਹੋ। ਅੱਗੇ ਆ ਪੁਰੀ ਆਉਣੀ ਵਾਲੀ ਆ ਸ਼ਹਿਰ, ਇਹ ਕਰਨਾਲ ਸ਼ਹਿਰ ਸੀ। ਸਤਿਗੁਰੂ ਜੀ ਜਿੱਥੇ ਗਏ ਹੈ, ਇੱਥੇ ਕਵੀ ਜੀ ਨੇ ਪੁਰੀ ਲਿਖਿਆ ਕਿਉਂਕਿ ਉਹਨਾਂ ਨੇ ਸੁਣ ਕੇ ਲਿਖਿਆ ਸੀ, ਤੇ ਉਂਝ ਅਸਲ ਰੂਪ ਵਿੱਚ ਇਹ ਕਰਨਾਲ ਸ਼ਹਿਰ ਹੈ। ਪੁਰੀ ਤੋਂ ਕਰਨਾਲ ਸ਼ਹਿਰ ਸਮਝ ਲੈਣਾ ਵੀ ਅੱਗੇ ਜੋ ਆਏਗਾ ਨਾ ਕਰਨਾਲ ਸ਼ਹਿਰ। ਇਹ ਮਰਦਾਨਾ ਮਨ ਭਾਉਂਦਾ ਹੀ ਤੂੰ ਪਾ ਲਵੇਂਗਾ, ਆਪਣਾ ਜੋ ਫੁਰਨੇ ਕੀਤੇ ਹੈ ਉਹੀਓ ਫੁਰਨੇ ਆਪਣੇ ਪੂਰੇ ਪਾ ਲਵੇਂਗਾ, ਹੋ ਜਾਣਗੇ। ਇਹ ਸਭ ਕੂਰ ਕਾਜ ਨਹਿ ਸਰਈ। ਤੇ ਨਾਲ ਹੀ ਕਹਿ ਦਿੱਤਾ ਹੈ ਇਹ ਜਿਹੜੇ ਸਾਰੇ ਝੂਠੇ ਪਦਾਰਥ ਹੈ, ਇਹ ਪੂਜਾ ਪ੍ਰਤਿਸ਼ਠਾ ਮੱਥੇ ਟਿਕਾਉਣੇ ਹੈ, ਫਿਰ ਮਰਦਾਨਿਆਂ ਜਿਹੜੇ ਕੱਪੜੇ ਆਦਿਕ ਲੈਣੇ ਹੈ, ਇਹ ਸਾਰੇ ਝੂਠੇ ਹੈ। ਤੇ ਇਹਦੇ ਝੂਠੇ ਪਦਾਰਥਾਂ ਨਾਲ ਤੇ ਕੋਈ ਕੰਮ ਨਹੀਂ ਸੌਰਦਾ, ਕੋਈ ਕੰਮ ਪੂਰਾ ਨਹੀਂ ਹੁੰਦਾ। ਮੁਕਤ ਪੰਥ ਤੇ ਵਰਜਨ ਕਰਈ। ਮਰਦਾਨਿਆਂ ਜਿਹੜੇ ਆ ਮੱਥੇ ਟਿਕਾਉਣੇ ਆ, ਪਦਾਰਥ ਲੈਣੇ ਆ ਝੂਠੇ, ਮੁਕਤੀ ਦੇ ਰਸਤੇ ਤੇ ਨਹੀਂ ਜਾਣ ਦਿੰਦੇ। ਜਿਨ੍ਹਾਂ ਦੀ ਪੂਜਾ ਹੋਣ ਲੱਗ ਪੈਂਦੀ, ਮੱਥੇ ਲੋਕ ਟੇਕਣ ਲੱਗ ਪੈਂਦੇ ਆ, ਮੁਕਤੀ ਦੇ ਰਸਤੇ ਵਿੱਚ ਪਹੁੰਚਣ ਲਈ ਰੋਕਣਾ ਕਰਦੇ ਪਦਾਰਥ ਝੂਠੇ। ਚਾਹਤ ਰਹਿ ਜਗ ਮਹਿ ਵਡਿਆਈ। ਪਰ ਇਹ ਜੀਵ ਦਾ ਸੁਭਾਅ ਹੈ ਵੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇਹ ਹਮੇਸ਼ਾ ਵਡਿਆਈ ਆਪਣੀ ਚਾਹੁੰਦਾ ਰਹਿੰਦਾ ਵੀ ਮੇਰੀ ਲੋਕ ਬੱਲੇ ਬੱਲੇ ਕਰਨ। ਅਲਪ ਕਾਲ ਜਿਸ ਬੀਚ ਰਹਾਈ। ਜਿਸ ਜਗਤ ਦੇ ਵਿੱਚ ਥੋੜਾ ਸਮਾਂ ਹੀ ਰਹਿਣਾ ਹੈ, ਆ ਥੋੜਾ ਸਮਾਂ ਇੱਥੇ ਬਤੀਤ ਕਰਨਾ, ਥੋੜੀ ਉਮਰ ਹੈ, ਇੱਥੇ ਮਨੁੱਖ ਚਾਹੁੰਦਾ ਵੀ ਮੇਰੀ ਬਹੁਤੀ ਬੱਲੇ ਬੱਲੇ ਹੋਵੇ, ਥੋੜੇ ਸਮੇਂ ਵਿੱਚ ਹੀ ਲੋਕ ਮੈਨੂੰ ਬੜਾ ਮੰਨਣ। ਜਹ ਜਾਵਨ ਲਹਨ ਸੁਖ ਭਾਰੀ। ਪਰ ਜਿੱਥੇ ਪਰਲੋਕ ਵਿੱਚ ਜਾਣਾ ਹੈ ਤੇ ਭਾਰੀ ਸੁਖ ਲੈਣਾ ਹੈ, ਜਹ ਕੀ ਗਤ ਨਹ ਕਰਹਿ ਵਿਚਾਰੀ। ਉੱਥੋਂ ਪਰਲੋਕ ਦੀ ਜਿਹੜੀ ਗਤ ਰੀਤੀ ਹੈ, ਹਾਲਤ ਹੈ, ਉਹਦੀ ਵਿਚਾਰ ਹੀ ਨਹੀਂ ਕਰਦਾ ਵੀ ਅਸਲ ਸੁੱਖ ਤੇ ਪਰਲੋਕ ਦਾ ਲੈਣਾ ਚਾਹੀਦਾ ਭਾਰੀ। ਮਾਨਹੀਨ ਰਹਿ ਜਗ ਮਹਿ ਜੋਈ। ਉੱਥੋਂ ਦੀ ਵਿਚਾਰ ਨਹੀਂ ਕਰਦਾ, ਇੱਥੇ ਕੋਈ ਕਸਰ ਨਹੀਂ ਛੱਡਦਾ। ਮਰਦਾਨਿਆਂ ਜਿਹੜੇ ਮਾਣ ਤੋਂ ਰਹਿਤ ਇਹ ਨਿਮਰਤਾ ਵਿੱਚ ਰਹਿ ਕੇ ਸੰਸਾਰ ਵਿੱਚ ਰਹਿੰਦੇ ਆ। ਚਾਹੇ ਮਾਨ ਪਰਲੋਕ ਸੋਈ। ਚਾਹੇ ਤੇ ਲਹੇ ਪਾਠ ਸ਼ੁੱਧ ਕਰਨਾ, ਉਹ ਪਰਲੋਕ ਵਿੱਚ ਮਾਣ ਸਤਿਕਾਰ ਲੈਂਦੇ ਆ। ਉਹਨਾਂ ਦਾ ਮਾਣ ਸਤਿਕਾਰ ਪਰਲੋਕ ਵਿੱਚ ਹੁੰਦਾ ਜਿਹੜੇ ਇੱਥੇ ਗਰੀਬੀ ਰੱਖਦੇ ਆ। ਸੁਨ ਕੈ ਸਗੁਚ ਕਹਿਓ ਮਰਦਾਨੇ। ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਤੋਂ ਸੁਣ ਕੇ ਅਸੰਕੋਚਾ ਕੀਤਾ, ਸ਼ਰਮ ਜੀ ਕੀਤੀ ਹੈ ਕਿ ਜੋ ਮਹਾਰਾਜ ਕਹਿ ਰਹੇ ਹੈ ਇਹ ਬਿਲਕੁਲ ਠੀਕ ਹੈ। ਮੇਰੀ ਇਹੀ ਮੰਨਤਾ ਸੀ ਵੀ ਮੇਰੀ ਮੰਨਤਾ ਹੋਵੇ, ਲੋਕ ਮੈਨੂੰ ਭੇਟਾ ਮੇਰੇ ਅੱਗੇ ਰੱਖਣ, ਮੈਨੂੰ ਮੱਥੇ ਟੇਕਣ, ਤੇ ਇਹ ਤੇ ਸਤਿਗੁਰੂ ਜੀ ਨੇ ਸਾਰੀ ਗੱਲ ਜਾਣ ਲਈ ਹੈ। ਇਸ ਕਰਕੇ ਸ਼ਰਮ ਜੀ ਕਰਕੇ, ਸੰਕੋਚਾ ਕਰਕੇ ਫਿਰ ਭਾਈ ਮਰਦਾਨਾ ਜੀ ਨੇ ਕਿਹਾ ਹੈ, ਵੈ ਕਰਨਾ ਤੁਮ ਤਬ ਅਮ ਜਾਣੇ। ਆਸ ਜਾਣੇ ਦੁਬਾਰਾ ਵੈ ਕਰਨਾ ਤੁਮ ਤਬ ਆਸ ਜਾਣੇ। ਤੁਹਾਡੀ ਮਹਾਰਾਜ ਕਿਰਪਾ ਹੋ ਜਾਏ, ਦਇਆ ਹੋ ਜਾਏ, ਤਦੋਂ ਇਹ ਮਨੁੱਖ ਐਸਾ ਜਾਣਦਾ ਹੈ ਕਿ ਇਹ ਸੰਸਾਰ ਦੇ ਪਦਾਰਥ ਝੂਠੇ ਹੈ, ਕਿਸੇ ਕੰਮ ਨਹੀਂ ਹੈ। ਇਸ ਕਰਕੇ ਨਿਮਰਤਾ ਵਿੱਚ ਰਹਿ ਕੇ ਗੁਰੂ ਕੀ ਸੰਗਤ ਹੋ ਜਾਏ, ਸੇਵਾ ਹੋ ਜਾਏ, ਨਾਮ ਜਪਿਆ ਜਾਏ ਤੇ ਫਿਰ ਪਰਲੋਕ ਦੇ ਸੁੱਖ ਹੋ ਜਾਂਦੇ ਹੈ।
ਇਹ ਮਹਾਰਾਜ ਤੁਹਾਡੀ ਕਿਰਪਾ ਹੋ ਜਾਵੇ ਤਾਂ ਐਸਾ ਜਾਣਦਾ ਪੁਰਸ਼ ਕਰਤ ਬਾਤ ਤਹ ਪੁਰ ਨਿਰਾਇਆ। ਨੀਰ ਆਇਆ। ਐਵੇਂ ਜਿਹੜੇ ਵਿਚਾਰਾਂ ਬਾਤਾਂ ਕਰਦਿਆਂ ਉੱਥੇ ਜਿਹੜੀ ਪੂਰੀ ਕਰਨਾਲ ਉਹ ਨੇੜੇ ਹੀ ਆ ਗਿਆ ਹੈ। ਰਬ ਬੈਠੇ ਪਿਖ ਇੱਕ ਤਰ ਛਾਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਰਨਾਲ ਸ਼ਹਿਰ ਤੋਂ ਵਾਰ-ਵਾਰ ਇੱਕ ਬ੍ਰਿਛ ਦੀ ਸੋਹਣੀ ਛਾਂ ਦੇਖ ਕੇ ਤੇ ਉਹ ਛਾਇਆ ਦੇ ਹੇਠਾਂ ਬੈਠ ਗਏ ਐ। ਦਈ ਨਿਦੇਸ਼ ਜਹ ਮਰਦਾਨੇ। ਤੇ ਭਾਈ ਮਰਦਾਨੇ ਨੂੰ ਆਗਿਆ ਦੇ ਦਿੱਤੀ, ਮਰਦਾਨਿਆ ਲੈ ਸ਼ਹਿਰ ਆ ਗਿਆ, ਤੂੰ ਚਲਿਆ ਜਾ ਹੁਣ। ਨਗਰ ਬਿਲੋਕ ਹੋਵੇ ਮਨ ਭਾਨੇ। ਆਗਿਆ ਦਿੱਤੀ ਵੀ ਚਲਿਆ ਜਾ ਤੇ ਨਗਰ ਜਿਹੜਾ ਕਰਨਾਲ ਸਾਰਾ ਤੂੰ ਵੇਖ ਲਾ, ਹੋਇਆ ਮਨ ਭਾਨੇ। ਜਿਵੇਂ ਤੂੰ ਮਨ ਵਿੱਚ ਤੈਨੂੰ ਭਾਉਂਦਾ ਨਾ ਚੰਗਾ ਲੱਗਦਾ ਹੈ ਵੀ ਇਵੇਂ ਹੋਵੇ, ਉਸੇ ਤਰ੍ਹਾਂ ਹੀ ਹੋ ਜਾਏਗਾ, ਤੇਰਾ ਫੁਰਨਾ ਪੂਰਾ ਹੋ ਜਾਏਗਾ। ਜਾਏ ਨਾ ਬਹਰ ਪਠਿਓ ਬਰਿਆਈ। ਪਰ ਭਾਈ ਮਰਦਾਨਾ ਜਾਂਦਾ ਨਹੀਂ ਹੈ ਵੀ ਸਤਿਗੁਰੂ ਜੀ ਦੇ ਜਾਣ ਗਏ ਹੈ ਵੀ ਮੈਂ ਤੇ ਮੱਥੇ ਟਿਕਾਉਣਾ ਚਾਹੁੰਦਾ ਆ, ਭੇਟਾਵਾਂ ਲੈਣੀਆਂ ਚਾਹੁੰਦਾ, ਆਪਣੀ ਪੂਜਾ ਕਰਾਉਣਾ ਚਾਹੁੰਦਾ। ਗੁਰੂ ਸਾਹਿਬ ਜੀ ਜਾਣ ਗਏ ਹੈ, ਉਹ ਐਵੇਂ ਲੱਜਿਆ ਜੀ ਕਰਕੇ ਜਾਂਦੇ ਨਹੀਂ ਹੈ। ਸਤਿਗੁਰੂ ਜੀ ਨੇ ਜੋਰੋ ਜੋਰੀ ਬਦੋ ਬਦੀ ਭੇਜਿਆ ਵੀ ਹੁਣ ਤੇ ਜਾਣਾ ਹੀ ਪਏਗਾ। ਸ੍ਰੀ ਪ੍ਰਭ ਤੇ ਬਹੁਤ ਸਖਚਾਈ। ਗੁਰੂ ਸਾਹਿਬ ਜੀ ਤੋਂ ਬਹੁਤ ਸੰਕੋਚ ਕਰਦਾ ਭਾਈ ਮਰਦਾਨਾ ਕਿ ਜੇ ਮੈਂ ਚਲਿਆ ਗਿਆ ਲੋਕ ਮੈਨੂੰ ਮੱਥੇ ਟੇਕਣਗੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਨਹੀਂ ਟੇਕਣਗੇ, ਤੇ ਮੈਂ ਕੀ ਕਰਾਂਗਾ। ਜੇ ਮੈਨੂੰ ਮੱਥਾ ਟੇਕਣਗੇ ਤੇ ਬੜੀ ਮਾੜੀ ਗੱਲ ਹੋਏਗੀ, ਮੈਂ ਨਹੀਂ ਜਾਣਾ ਹੁਣ। ਐਵੇਂ ਭਾਈ ਮਰਦਾਨਾ ਬਹੁਤ ਸੰਕੋਚ ਕਰਦਾ ਸਤਿਗੁਰੂ ਜੀ ਤੋਂ। ਹੋਰ ਕੇ ਦਰ ਮਹਿ ਪਰ ਵਿਸ਼ਿਓ ਜਬ ਹੀ। ਗੁਰੂ ਸਾਹਿਬ ਜੀ ਨੇ ਜੋਰੋ ਜੇਰੀ ਮੱਲੋ ਮੱਲੀ ਭੇਜ ਦਿੱਤਾ ਹੈ। ਜਦੋਂ ਕਰਨਾਲ ਸ਼ਹਿਰ ਦੇ ਦਰਵਾਜ਼ੇ ਵਿੱਚ ਪ੍ਰਵੇਸ਼ ਕੀਤਾ ਭਾਈ ਮਰਦਾਨੇ ਨੇ, ਮਾਨਵ ਦਰਸ ਕਰਹਾ ਤਿਹ ਤਬ ਹੀ। ਉੱਥੇ ਜਿਹੜੇ ਮਨੁੱਖ ਹੈ ਜਦੋਂ ਹੀ ਉਹਨਾਂ ਨੇ ਦਰਸ਼ਨ ਕੀਤਾ ਹੈ ਭਾਈ ਮਰਦਾਨੇ ਦਾ, ਆਨ ਉਪਾਇਨ ਧਰਹਿ ਅਗਾਰੀ। ਭੇਟਾ ਲਿਆ ਕੇ ਭਾਈ ਮਰਦਾਨਾ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖਣ ਲੱਗੇ ਐ। ਪੂਜਨ ਹੇਤ ਨਾ ਗਿਰਾ ਉਚਾਰੀ। ਪੁੱਛਣ ਵਾਸਤੇ ਕਿਸੇ ਨੇ ਬਚਨ ਨਹੀਂ ਕਿਹਾ ਵੀ ਸੰਤ ਜੀ ਕਿੱਥੋਂ ਆਏ ਹੋ, ਕਿਵੇਂ ਆਏ ਹੋ, ਕਿੰਨਾ ਚਿਰ ਰਹਿਣਾ ਹੈ। ਬਸ ਭੇਟਾ ਹੀ ਲਿਆ ਕੇ ਅੱਗੇ ਰੱਖਣ ਲੱਗ ਪਏ ਐ। ਪਿਖਤ ਪਰਸ ਪਰ ਘਰ ਨਿਜ ਜਾਹੀ। ਐਵੇਂ ਜਿਹੜੇ ਆਪੋ ਵਿੱਚ ਹੀ ਆ ਕੇ ਕਈ ਵੇਖਦੇ ਐ ਤੇ ਗੱਲਾਂ ਜਿਹੀਆਂ ਕਰਦੇ ਵੀ ਸੰਤ ਆਏ ਐ, ਜਿਸ ਕਰਕੇ ਆਪੋ ਆਪਣੇ ਘਰਾਂ ਨੂੰ ਛੇਤੀ ਨਾਲ ਜਾਂਦੇ ਐ। ਨਾਨਾ ਵਿਅੰਜਨ ਆਨਹਿ ਪਾਹੀ। ਕਈ ਕਿਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਜਿੱਥੇ ਭਾਈ ਮਰਦਾਨਾ ਜੀ ਬੈਠੇ ਹੋਏ ਆ ਉੱਥੇ ਲਿਆਉਂਦੇ ਆ ਵੀ ਛਕੋ ਮਹਾਰਾਜ। ਰੁਚਿਰ ਸਥਲ ਬੈਠਿਓ ਮਰਦਾਨਾ। ਰੁਚਿਰ ਸਥਲ ਸੋਹਣਾ ਜਿਹੜਾ ਥਾਂ ਦੇਖ ਕੇ ਭਾਈ ਮਰਦਾਨਾ ਵੀ ਬੈਠਾ ਉੱਚੇ ਜਿਹੇ ਥਾਂ ਤੇ ਗੁਰੂ ਬਣ ਕੇ। ਹੋਵਨ ਪੂਜਾ ਲੱਗੀ ਮਹਾਨਾ। ਜਿਸ ਕਰਕੇ ਭਾਈ ਮਰਦਾਨਾ ਜੀ ਤੇ ਬਹੁਤੀ ਪੂਜਾ ਹੋਣ ਲੱਗੀ ਹੈ। ਐ ਢੇਰਾਂ ਦੇ ਢੇਰ ਲੱਗ ਰਹੇ, ਭੇਟਾਵਾਂ ਦੇ ਮੱਥੇ ਟੇਕ ਰਹੇ ਆਣ ਕੇ। ਬਹੁ ਰੰਗਨ ਕੇ ਬਸਤਰ ਅਮੋਲੇ। ਬਹੁਤੇ ਰੰਗਾਂ ਦੇ ਜਿਹੜੇ ਮੁੱਲ ਤੋਂ ਰਹਿਤ ਪਾ ਬਹੁਤੇ ਮੁੱਲ ਵਾਲੇ ਵਸਤਰ। ਆਨ ਸਮਰਪ ਹੈ ਕਾਸ਼ ਨਹਿ ਬੋਲੇ। ਆਣ ਕੇ ਭਾਈ ਮਰਦਾਨਾ ਜੀ ਨੂੰ ਅਰਪਣ ਕਰੀ ਜਾਂਦੇ ਲੋਕ ਤੇ ਕੁਝ ਨਹੀਂ ਬੋਲਦੇ, ਕੋਈ ਭਜਨ ਵੀ ਨਹੀਂ ਕਰਦੇ, ਬਸ ਭੇਟਾਵਾਂ ਹੀ ਰੱਖੀ ਜਾਂਦੇ ਆ। ਕੇਤਕ ਦਰਬ ਚੜਾਵਹਿ ਬਾਨੀ। ਕਈਆਂ ਕਿਤਨਿਆਂ ਤੇ ਆ ਕੇ ਪੈਸੇ ਚੜਾਉਣੇ ਸ਼ੁਰੂ ਕਰ ਦਿੱਤੇ, ਪੈਸੇ ਚੜਾਉਂਦੇ ਐ। ਹੋਏ ਰਹੇ ਸੇਵਕ ਮਨ ਬਾਨੀ। ਮਨ ਬਾਣੀ ਸਰੀਰ ਕਰਕੇ ਸਾਰੇ ਸੇਵਕ ਹੋ ਰਹੇ ਐ। ਹਿੰਦੂ ਤੁਰਕ ਜੇ ਦੇਖਹਿ ਆਈ। ਜੇ ਕੋਈ ਹਿੰਦੂ ਕਰਨਾਲ ਸ਼ਹਿਰ ਵਿੱਚ ਰਹਿੰਦਾ ਜਾਂ ਤੁਰਕ ਮੁਸਲਮਾਨ ਰਹਿੰਦਾ, ਜੋ ਵੀ ਆ ਕੇ ਦੇਖਦਾ ਹੈ, ਮਹਾਪੁਰਖ ਲੱਖ ਪਰ ਹੈ ਪਾਈ। ਇਹ ਬੜੇ ਮਹਾਪੁਰਖ ਹੀ ਆ ਗਏ ਐਵੇਂ ਮਹਾਪੁਰਖ ਜਾਣ ਕੇ ਚਰਨੀ ਆ ਪੈਂਦੇ ਢੈਂਦੇ ਐ। ਸੁਨ ਹੈ ਅਪਰ ਤੇ ਅਪਰ ਜੇ ਮਾਨਵ। ਜਿਹੜੇ ਹੋਰਾਂ ਤੋਂ ਹੋਰ ਅੱਗੇ ਤੋਂ ਅੱਗੇ ਮਨੁੱਖ ਸੁਣਦੇ ਐ। ਦੌਰ ਹੈ ਦੌਰ ਉਪਾਇ ਨ ਮਾਨ।
ਦੌੜਹਿ ਦੌੜ ਉਪਾਇ ਨ ਆਨਵ। ਦੌੜਾਂ ਦੌੜ ਦੌੜ ਕੇ ਭੇਟਾਂ ਲਿਆ ਕੇ ਆਉਂਦੇ ਤੇ ਰੱਖਦੇ ਐ। ਕਹਾ ਕੇ ਸੰਤ ਵੱਡੋ ਹੈ ਕੋਈ। ਆਪੋ ਵਿੱਚ ਹੀ ਕਹਿੰਦੇ ਤੇ ਬਹੁਤ ਕੋਈ ਤਗੜਾ ਸੰਤੀ ਐ। ਇਸ ਦਰਸ਼ਨ ਤੇ ਹਮ ਗਤ ਹੋਈ। ਇਹਨਾਂ ਦਾ ਦਰਸ਼ਨ ਕਰ ਲੋ। ਅਸੀਂ ਕਹਿੰਦੇ ਇਹਨਾਂ ਦੇ ਦਰਸ਼ਨ ਦੇ ਗਤੀ ਹੋ ਜਾਏਗੀ, ਮੁਕਤੀ ਹੋ ਜਾਏਗੀ। ਜੋ ਇਸ ਪਾਸ ਚੜਾਏ ਪਦਾਰਥ। ਇਸ ਇਹਨਾਂ ਦੇ ਦਰਸ਼ਨ ਤੇ ਸਾਡੀ ਕਲਿਆਣ ਹੋ ਜਾਏਗੀ। ਇਸ ਕਰਕੇ ਤੁਸੀਂ ਵੀ ਦਰਸ਼ਨ ਕਰੋ ਭਾਈ, ਤੁਹਾਡੀ ਵੀ ਕਲਿਆਣ ਹੋ ਜਾਏਗੀ। ਤੇ ਫਿਰ ਕਹਿੰਦੇ ਆ ਜੋ ਇਹਨਾਂ ਦੇ ਪਾਸ ਆ ਕੇ ਕੋਈ ਪਦਾਰਥ ਚੜਾਏਗਾ ਸੋ ਹਮ ਜਾਣਹਿ ਹੋਏ ਸਕਾਰਥ। ਉਹ ਅਸੀਂ ਜਾਣਾਂਗੇ ਵੀ ਸਾਡਾ ਪਦਾਰਥ ਸਫਲ ਹੋ ਜਾਏਗਾ। ਉਹ ਪਦਾਰਥ ਸਾਡਾ ਦਿੱਤਾ ਹੋਇਆ ਨੇਪਰੇ ਚੜ ਜਾਏਗਾ। ਜਾਂ ਐਵੇਂ ਵੀ ਕਹਿੰਦੇ ਆ ਜੋ ਇਹਨਾਂ ਦੇ ਪਾਸ ਪਦਾਰਥ ਚੜਾਏਗਾ ਉਹ ਜਾਣੇਗਾ। ਅਸੀਂ ਜਾਣਦੇ ਹਾਂ ਵੀ ਉਹ ਸਫਲ ਹੋ ਜਾਏਗਾ, ਉਹਦਾ ਪਦਾਰਥ ਵੀ ਸਫਲ ਹੋ ਜਾਏਗਾ, ਉਹ ਵੀ ਸਫਲ ਮੁਕਤ ਹੋ ਜਾਏਗਾ। ਲਾਗਿਓ ਅੰਬਰ ਘੇਰ ਅੰਬਾਰੂ। ਇਸ ਤਰ੍ਹਾਂ ਭੇਟਾਵਾਂ ਦਾ ਤੇ ਢੇਰ ਲੱਗ ਗਿਆ ਵਸਤਰਾਂ ਦਾ ਭਾਈ ਮਰਦਾਨੇ ਅੱਗੇ। ਮਰਦਾਨੇ ਭਾ ਹਰਖ ਅਪਾਰੂ। ਵਸਤਰਾਂ ਦਾ ਲੱਗਾ ਹੋਇਆ ਢੇਰ ਵੇਖ ਕੇ ਭਾਈ ਮਰਦਾਨੇ ਨੂੰ ਤੇ ਬਹੁਤ ਹੀ ਪ੍ਰਸੰਨਤਾ ਹੋਈ, ਖੁਸ਼ੀ ਹੋਈ ਹੈ। ਬੀਤ ਗਏ ਜਬ ਹੀ ਜੁਗ ਜਾਮਾ। ਜਦੋਂ ਇਹ ਪੂਜਾ ਕਰਾਉਂਦਿਆਂ 2 ਪੈਰ ਬੀਤ ਗਏ, 6 ਘੰਟੇ ਬੀਤ ਗਏ ਹੈ। ਉਠਿਓ ਤਬ ਹੈ ਭਾ ਪੂਰਨ ਕਾਮਾ। ਭਾਈ ਮਰਦਾਨਾ ਜੀ ਦਾ ਜਿਹੜਾ ਕਾਮਨਾ ਪੂਰਨ ਹੋ ਗਈ ਸੀ, ਫੁਰਨਾ ਪੂਰਾ ਹੋ ਗਿਆ ਸੀ, ਫਿਰ ਤਦੋਂ ਉੱਠਿਆ ਹੈ। ਮਾਨਵ ਕੇ ਉਚਵਾਇਓ ਸੀਸਾ। ਕੁਝ ਕੁ ਜਿਹੜੇ ਮਨੁੱਖ ਹੈ ਉਹਨਾਂ ਨੂੰ ਕਹਿ ਕੇ ਪੰਡਾਂ ਬਣਵਾ ਕੇ ਤੇ ਕਿਹਾ ਵੀ ਆ ਸੇਵਕੋ ਆਪਣੇ ਸੀਸਾਂ ਦੇ ਉੱਪਰ ਪੰਡਾਂ ਚੁੱਕ ਲੋ, ਚੁਕਵਾਈਆਂ ਹੈ। ਆਇਓ ਜਹਾਂ ਬੈਠੇ ਜਗਦੀਸਾ। ਬੈਠੇ ਨਹੀਂ ਬੈਠੇ, ਜਗਤ ਦੇ ਮਾਲਕ ਜਿੱਥੇ ਬੈਠੇ ਸਨ ਉੱਥੇ ਭਾਈ ਮਰਦਾਨਾ ਆ ਗਿਆ ਪੰਡਾਂ ਜੀਆਂ ਚੁਕਵਾ ਕੇ। ਕਹਿਣ ਲੱਗਿਓ ਕਰ ਹਰਖ ਕਨੇਰੋ। ਫਿਰ ਕਹਿਣ ਲੱਗਿਆ ਬਹੁਤੀ ਖੁਸ਼ੀ ਵਧਾ ਕਰਕੇ ਦਾਸ ਭਇਓ ਸਗਰੋ ਪੁਰ ਮੇਰੋ। ਮਹਾਰਾਜਾ ਕਰਨਾਲ ਸ਼ਹਿਰ ਤੇ ਮੇਰਾ ਸਾਰਾ ਹੀ ਸਿੱਖ ਸੇਵਕ ਹੋ ਗਿਆ ਹੈ। ਸਭ ਹੀ ਪੂਜਾ ਕੀਨ ਮਹਾਨਾ। ਮੈਂ ਜਦੋਂ ਹੀ ਗਿਆ ਤੁਹਾਡੀ ਆਗਿਆ ਮੰਨ ਕੇ ਸਭ ਨੇ ਮੇਰੀ ਬਹੁਤ ਹੀ ਪੂਜਾ ਪ੍ਰਤਿਸ਼ਠਾ ਕੀਤੀ ਹੈ। ਬੰਦਹਿ ਪਦ ਭੇਟਾ ਧਰ ਨਾਨਾ। ਮੇਰੇ ਚਰਨਾਂ ਦੇ ਨਮਸਕਾਰਾਂ ਕਰਦੇ ਸਨ, ਨਾਨਾ ਤਰ੍ਹਾਂ ਦੀਆਂ ਭੇਟਾਂ ਲਿਆ ਰੱਖਦੇ ਸੀ। ਕਿਨਹੋ ਨਾ ਭੋਜਨ ਕੀਨੋ ਮੋਹੀ। ਮੈਨੂੰ ਤੇ ਮਹਾਰਾਜ ਕਿਸੇ ਨੇ ਪੁੱਛਣਾ ਹੀ ਨਹੀਂ ਕੀਤਾ। ਕਹਿ ਪਰਸ ਪਰ ਸੰਤ ਸੋ ਹੋਹੀ। ਆਪੋ ਵਿੱਚ ਹੀ ਕਹੀ ਜਾਂਦੇ ਸਨ ਵੀ ਇਹ ਬਹੁਤ ਤਗੜੇ ਸੰਤੀ ਹੋਣਗੇ। ਆਸ ਕਹਿ ਭੇਟ ਹੋਤੀ ਜੋ ਸਾਰੀ। ਇਸ ਤਰ੍ਹਾਂ ਕਹਿ ਕਰਕੇ ਜੋ ਸਾਰੀ ਭੇਟਾ ਲਿਆਂਦੀ ਹੋਈ ਸੀ ਸੋ ਧਰ ਦੀਨੀ ਗੁਰੂ ਅਗਾਰੀ। ਭਾਈ ਮਰਦਾਨਾ ਜੀ ਨੇ ਸਾਰੀ ਗੁਰੂ ਜੀ ਦੇ ਅੱਗੇ ਲਿਆ ਰੱਖੀ, ਫਿਰ ਵੀ ਬੜੀ ਸਿਆਣਪੀ ਵਰਤੀ ਹੈ। ਵਿਗਸਤ ਮੁਖ ਤੇ ਬਚਨ ਬਖਾਨੇ। ਤੇ ਹੱਸਦਿਆਂ ਹੋਇਆਂ ਮੁਖ ਤੋਂ ਸਤਿਗੁਰੂ ਜੀ ਨੇ ਬਚਨ ਕਹੇ। ਕੋ ਵਾਥ ਆਨੀ ਮਰਦਾਨੇ। ਮਰਦਾਨਿਆ ਆ ਬੜੀਆਂ ਪੰਡਾਂ ਲੈ ਆਂਦੀਆਂ, ਕਿਹੜੀ ਕਿਹੜੀ ਵਸਤ ਲਿਆਂਦੀ ਐ। ਹਿਰਦੇ ਤੇਰੋ ਹਰਖ ਵਿਸੇਖਾ। ਤੇਰੇ ਹਿਰਦੇ ਵਿੱਚ ਵੀ ਬਹੁਤਾ ਵਿਸ਼ੇਸ਼ ਕਰਕੇ ਹੀ ਪ੍ਰਸੰਨਤਾ ਹੋਈ, ਖੁਸ਼ ਹੋ ਰਿਹਾ ਹੈ। ਬਦਨ ਪ੍ਰਫੁੱਲਤ ਅਤਸਾ ਦੇਖਾ। ਤੇਰਾ ਜਿਹੜਾ ਮੁਖ ਹੈ ਉਹ ਵੀ ਕਮਲ ਫੁੱਲ ਵਾਂਗੂ ਖਿੜਿਆ ਬਹੁਤਾ ਦੇਖਿਆ ਜਾ ਰਿਹਾ ਹੈ। ਕਰ ਜੋਰੇ ਕਹਿ ਸੁਨ ਪ੍ਰਭ ਮੋਰੇ। ਭਾਈ ਮਰਦਾਨਾ ਜੀ ਨੇ ਹੱਥ ਜੋੜੇ ਤੇ ਕਹਿਣ ਲੱਗਾ, ਹੇ ਪ੍ਰਭੂ ਮੇਰੇ ਗੁਰੂ ਨਾਨਕ ਸਾਹਿਬ ਜੀ ਸੁਣੋ। ਗਮਨਿਓ ਨਗਰ ਅਨੁਗ੍ਰਹੋ ਤੋਰੇ। ਅਨੁਗ੍ਰਹੋ ਤੋਰੇ, ਤੁਹਾਡੀ ਕਿਰਪਾ ਨਾਲ ਮਹਾਰਾਜ ਜੀ ਮੈਂ ਨਗਰ ਵਿੱਚ ਚਲਿਆ ਗਿਆ ਸੀ। ਜਿਉਂ ਰਾਵਰ ਨੇ ਭਜਨ ਬਖਾਨਾ। ਜਿਉਂ ਆਪ ਜੀ ਨੇ ਬਚਨ ਕਿਹਾ ਸੀ ਨਾ ਵੀ ਮਰਦਾਨਾ ਤੇਰੀ ਪੂਜਾ ਹੋਏਗੀ, ਭੇਟਾ ਰੱਖਣਗੇ, ਮੱਥਾ ਟੇਕਣਗੇ, ਤਿਉਂ ਪੂਰਨ ਭਾ ਹਰਖ ਮਹਾਨਾ। ਉਹ ਆਪ ਜੀ ਦਾ ਬਚਨ ਪੂਰਾ ਹੋਇਆ। ਭੇਟਾਵਾਂ ਵੀ ਰੱਖੀਆਂ ਸਭ ਨੇ, ਮੱਥੇ ਵੀ ਟੇਕੇ, ਬਹੁਤ ਸੇਵਕ ਵੀ ਹੋਏ। ਮੈਨੂੰ ਤੇ ਬੜੀ ਖੁਸ਼ੀ ਹੋ ਰਹੀ ਹੈ ਮਹਾਰਾਜ। ਸੁੰਦਰ ਬਹੁ ਅੰਬਰ ਮੈਂ ਲਿਆਇਓ। ਬੜੇ ਸੋਹਣੇ ਸੋਹਣੇ ਜਿਹੜੇ ਵਸਤਰ ਮੈਂ ਲਿਆਇਆ ਹਾਂ। ਧਨ ਆਨਿਓ ਨਰ ਜਿਤੋ ਚੜਾਇਓ। ਜਿੰਨਾ ਵੀ ਲੋਕਾਂ ਨੇ ਪੈਸਾ ਮੈਨੂੰ ਚੜਾਇਆ ਮਹਾਰਾਜ ਉਹ ਧਨ ਵੀ ਲੈ ਕੇ ਆਇਆ ਹਾਂ। ਹੇਤ ਦਿਖਾਵਨ ਗਠੜੀ ਖੋਲੀ। ਐਵੇਂ ਉਹ ਧਨ ਪਦਾਰਥ
ਵਸਤਰ ਦਿਖਾਉਣ ਵਾਸਤੇ ਉਹ ਗਠੜੀ ਖੋਲ੍ਹੀ ਹੈ ਪੰਡ। ਦੇਖੈ ਪ੍ਰਭੂ ਵਸਤ ਬਹੁਮੋਲੀ। ਗੁਰੂ ਸਾਹਿਬ ਜੀ ਵੀ ਉਹ ਵਸਤੂਆਂ ਜਿਹੜੀਆਂ ਬਹੁਤੇ ਮੁੱਲ ਵਾਲੀਆਂ ਦੇਖਦੇ ਜਾ ਰਹੇ ਹੈ। ਭਾਈ ਮਰਦਾਨਾ ਦਿਖਾਉਂਦਾ ਜਾ ਰਿਹਾ ਹੈ। ਦਸ਼ਾ ਦੇਖ ਮਰਦਾਨੇ ਕੇਰੀ। ਗੁਰੂ ਸਾਹਿਬ ਭਾਈ ਮਰਦਾਨਾ ਜੀ ਦੀ ਇਹ ਹਾਲਤ ਦੇਖ ਕੇ ਐਸੀ ਲੋਭ ਲਹਿਰ ਮੈਂ ਚਾਹੇ ਕਨੇਰੀ। ਕਿ ਮਰਦਾਨੇ ਦੀ ਜਿਹੜੀ ਹੈ ਚਾਹਨਾ ਨਾ ਇੱਛਾ ਲੋਭ ਲਹਿਰ ਵਿੱਚ ਜ਼ਿਆਦੀ ਪਈ ਹੋਈ ਹੈ। ਬਹੁਤੀ ਚਾਹਨਾ ਹੈ ਲੋਭ ਲਹਿਰ ਵਿੱਚ। ਉੱਚ ਹਾਸ ਬਿਗਸੇ ਜਗ ਸਾਈ। ਸਤਿਗੁਰੂ ਜਗਤ ਦੇ ਸਾਈਂ ਮਾਲਕ ਉੱਚੀ ਸਾਰੀ ਹੱਸੇ ਹੈ। ਕਿਤਕ ਬੇਰ ਪਨ ਗਿਰਾ ਅਲਾਈ। ਉੱਚੀ ਹੱਸ ਕੇ ਮਾਰੇ ਬੜੇ ਖੇੜੇ ਹੈ। ਤੇ ਕਿੰਨੇ ਕੁ ਸਮੇਂ ਬਾਅਦ ਐਵੇਂ ਬਚਨ ਕਿਹਾ। ਭਲਾ ਕੀਓ ਆਨਿਓ ਮਰਦਾਨਿਆਂ ਚੰਗਾ ਭਲਾ ਹੀ ਕੀਤਾ ਇੱਥੇ ਲਿਆ ਕੇ ਪੰਡਾਂ ਨੂੰ। ਆਵਹਿ ਕਿਤੈ ਨਾ ਕਾਜ ਆਨੇ। ਨਾਲ ਹੀ ਕਹਿ ਦਿੱਤਾ ਬੇਸਮਝ ਮਰਦਾਨੇ, ਜਿਹੜੇ ਪਦਾਰਥ ਪੰਡਾਂ ਵਸਤਰ ਲੈ ਆਇਆ ਇਹਦੇ ਤੇਰੇ ਕਿਸੇ ਕੰਮ ਨਹੀਂ ਆਉਣਗੇ, ਕਿਸੇ ਕੰਮ ਨਹੀਂ ਆਉਂਦੇ। ਮਹਾਨ ਬਚਨ ਅਬ ਇਸ ਬਿਦ ਕੀਜੈ। ਇਸ ਕਰਕੇ ਸਾਡਾ ਬਚਨ ਮੰਨ ਕੇ ਇਸ ਤਰ੍ਹਾਂ ਕਰ ਲਾ। ਵਸਤ ਲਟਾਏ ਸਪੂਰਨ ਦੀਜੈ। ਸਾਰੀਆਂ ਜਿਹੜੀਆਂ ਵਸਤੂਆਂ ਲਿਆਂਦੀਆਂ ਹੋਈਆਂ ਇਹ ਸਾਰੀਆਂ ਦੇ ਸਾਰੀਆਂ ਲੁਟਾ ਪਟਾ ਦੇ। ਲੈ ਕੇ ਰੰਕ ਪਰਮ ਸੁਖ ਪਾਵਹਿ। ਜਿਹੜੇ ਕੰਗਾਲ ਗਰੀਬ ਹੈ ਨਾ ਵਿਚਾਰੇ ਲੈ ਕੇ ਪਦਾਰਥਾਂ ਨੂੰ ਬਹੁਤ ਮਹਾਨ ਹੀ ਸੁਖ ਪਾਉਣਗੇ। ਤੇਰੋ ਸੀਸ ਅਸੀਸ ਅਲਾਵਹਿ। ਤੇਰੇ ਸੀਸ ਤੇਰੇ ਭਾਵ ਤੇਰੇ ਉੱਪਰ ਬਹੁਤੀਆਂ ਅਸੀਸਾਂ ਕਹਿਣਗੇ ਵੀ ਵੇਖੋ ਸਾਡਾ ਗੁਰੂ ਕੈਸਾ ਹੈ, ਕਿੰਨਾ ਤਿਆਗੀ ਹੈ, ਕੁਝ ਨਹੀਂ ਰੱਖਦਾ ਕੋਲ। ਹਸਨੇ ਤੇ ਲੱਜਤ ਮਰਦਾਨਾ। ਹੱਸਣੇ ਤੇ ਲੱਜਤ ਗੁਰੂ ਸਾਹਿਬ ਜੋ ਹੱਸੇ ਨਾ ਖਿੜਖੜਾ ਕੇ, ਇਹ ਵੇਖ ਕੇ ਭਾਈ ਮਰਦਾਨਾ ਬੜਾ ਸ਼ਰਮਿੰਦਾ ਹੋਇਆ ਹੈ। ਹਿਰਦੈ ਗੁਣਤ ਮੈਂ ਭਇਓ ਅਯਾਨਾ। ਹਿਰਦੇ ਵਿੱਚ ਵਿਚਾਰਦਾ ਵੀ ਮਰਦਾਨਿਆ ਤੂੰ ਤੇ ਬੇਸਮਝੀ ਹੋ ਗਿਆ। ਵਿਚਾਰਦੇ ਵੀ ਮੈਂ ਤੇ ਅਯਾਨਾ ਬੇਸਮਝੀ ਹੋ ਗਿਆ ਸੀ। ਹੇਮ ਧਰਾਦਿਕ ਜੇ ਸਭ ਚੀਨਾ। ਵੇਖ ਲੋ ਗੁਰੂ ਸਾਹਿਬ ਜੀ ਨਾਲ ਜਾ ਕੇ ਸੋਨੇ ਦੀਆਂ ਧਰਤੀਆਂ, ਹੀਰੇ ਜਵਾਹਰਾਤ ਲਾਲ ਆਦਿਕ ਦੇਖੇ ਐ। ਤਨਕ ਲੋਭ ਤਹ ਕਰਨ ਨਾ ਦੀਨਾ। ਤੇ ਉੱਥੇ ਮਹਾਰਾਜ ਜੀ ਨੇ ਵੀ ਐਸੀ ਕਲਾ ਵਰਤਾਈ ਸੀ ਵੀ ਭੋਰਾ ਮਾਤਰ ਥੋੜਾ ਮਾਤਰ ਵੀ ਲੋਭ ਨਹੀਂ ਸੀ ਕਰਨ ਦਿੱਤਾ ਵੀ ਮੇਰੇ ਮਨ 'ਚ ਲੋਭ ਆ ਜਾਂਦਾ। ਤੇ ਇੱਥੇ ਵੇਖ ਲਓ ਪੁਰੀ ਦੇ ਵਿੱਚ ਆ ਕੇ ਪਦਾਰਥ ਬਸਤਰ ਵੇਖ ਕੇ ਲੋਭ ਆ ਗਿਆ। ਇਹ ਬੜੀ ਮਾੜੀ ਹੋਈ ਹੈ। ਉੱਥੇ ਮਹਾਰਾਜ ਸੋਨੇ ਦੀਆਂ ਧਰਤੀਆਂ ਵਿਖਾਈਆਂ ਤੇ ਲੋਭ ਨਹੀਂ ਸੀ ਆਉਣ ਦਿੱਤਾ। ਇੱਥੇ ਕੈਸਾ ਲੋਭ ਆ ਗਿਆ, ਕੀ ਕਲਾ ਵਰਤ ਗਈ ਹੈ। ਇਹ ਕਿਆ ਅਲਪ ਵਸਤ ਮੈਂ ਆਨੀ। ਮਰਦਾਨਿਆ ਆ ਕੀ ਜਿਹੜੀਆਂ ਥੋੜੇ ਤੁਛ ਵਸਤਾਂ ਤੂੰ ਲੈ ਆਂਦੀਆਂ ਐ। ਮਾਨ ਲੋਭ ਮਹਿਮਤ ਬਿਰਮਾਨੀ। ਮਾਣ ਸਤਕਾਰ ਵੀ ਪੂਜਾ ਹੋਵੇ, ਲੋਭ ਪਦਾਰਥਾਂ ਦਾ ਵਿੱਚ ਹੀ ਜਿਹੜੀ ਮੱਤ ਮੇਰੀ ਤੇ ਭਰਮ ਗਈ ਹੈ, ਭੁੱਲ ਗਈ ਸੀ। ਖਰੇ ਰੰਗ ਅਵਲੋਕੇ ਪਾਸੋ। ਉਸ ਵੇਲੇ ਜਿਹੜੇ ਕੰਗਾਲ ਵਿਚਾਰੇ ਖੜੇ ਵੇਖੇ ਹੈ ਪਾਸ ਆਪਣੇ। ਸਰਬ ਵਸਤ ਲੁਟਵਾਈ ਆਸੋ। ਬੜੀ ਛੇਤੀ ਗੁਰੂ ਜੀ ਦੇ ਬਚਨ ਮੰਨ ਕੇ ਸਾਰੀਆਂ ਵਸਤੂਆਂ ਲੁਟਾ ਪਟਾ ਦਿੱਤੀਆਂ ਮਰਦਾਨੇ ਨੇ। ਬਿਰਕਤ ਪਦਾਰਥ ਤੇ ਮਨ ਕਰਕੇ। ਬਿਰਕਤ ਪਦਾਰਥ ਤੇ ਮਨ ਕਰਕੇ, ਐਵੇਂ ਵੀ ਇਹ ਪਦਾਰਥ ਸਾਡੇ ਕਿਸ ਕੰਮ ਹੈ। ਆਪਣੇ ਮਨ ਨੂੰ ਪਦਾਰਥਾਂ ਤੋਂ ਤਿਆਗੀ ਕਰਕੇ। ਰਹਿਓ ਟਾਕ ਸਤਿਗੁਰ ਕੀ ਧਰ ਕੈ। ਰਹਿਓ ਟੇਕ ਪਾਠ ਸਹੀ। ਰਹਿਓ ਟੇਕ ਸਤਿਗੁਰ ਕੀ ਧਰ ਕੈ। ਸਤਿਗੁਰ ਦਾ ਹੀ ਓਟ ਆਸਰਾ ਧਾਰ ਕੇ ਭਾਈ ਮਰਦਾਨਾ ਫਿਰ ਰਿਹਾ ਹੈ। ਇਹ ਪਦਾਰਥ ਅਸੀਂ ਕੀ ਕਰਨੇ, ਸਾਡੇ ਕਿਹੜੇ ਕੰਮ ਹੈ। ਸਾਨੂੰ ਤੇ ਗੁਰੂ ਜੀ ਦਾ ਆਸਰਾ ਜੋ ਦੇ ਦੇਣ ਉਸ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ। ਗੁਰੂ ਜੀ ਦਾ ਆਸਰਾ ਕਰਕੇ ਫਿਰ ਭਾਈ ਮਰਦਾਨਾ ਰਿਹਾ ਹੈ। ਬਾਹਰ ਵਿਕਾਰ ਨਾ ਚਿਤਵਨ ਕੀਨਾ। ਫਿਰ ਕਦੀ ਨਹੀਂ ਮਨ ਵਿੱਚ ਇਹੋ ਜਿਹਾ ਲੋਭ ਲਾਲਚ ਦਾ ਵਿਕਾਰ ਕੀਤਾ, ਚਿਤਵਨਾ ਕਦੀ ਨਹੀਂ ਇਹੋ ਜਿਹਾ ਮਨ ਵਿੱਚ ਵਿਕਾਰ ਲਿਆਉਣਾ ਕੀਤਾ। ਸਤ ਸੰਤੋਖ ਵਿਖੇ ਮਨ ਦੀਨਾ। ਤੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੇ ਵੀ ਚਿੱਤ ਵਿੱਚ ਮਨ ਵਿੱਚ ਸਤ ਸੰਤੋਖ ਹੀ ਜਿਹੜਾ ਦੇ ਦਿੱਤਾ ਹੈ ਮਨ ਵਿੱਚ। ਤੇ ਭਾਈ ਮਰਦਾਨਾ ਜੀ ਨੇ ਮਨ ਵਿੱਚ
ਐਵੇਂ ਸਤ ਸੰਤੋਖ ਹੀ ਧਾਰਨ ਕਰ ਲਿਆ ਵੀ ਸੱਚ ਹੀ ਬੋਲਣਾ ਹੈ, ਅਤੇ ਜੋ ਪ੍ਰਾਲਬਧ ਅਨੁਸਾਰ ਮਿਲ ਜਾਏਗਾ ਉਹਦੇ ਵਿੱਚ ਸੰਤੋਖੀ ਰਹਿ ਕੇ ਛਕ ਛਕਾ ਲੈਣਾ। ਐਵੇਂ ਅੱਜ ਤੋਂ ਇੱਦਾਂ ਨਹੀਂ ਕਰਨਾ, ਲੋਭ ਲਾਲਚ ਨਹੀਂ ਕਰਨਾ, ਸਤ ਸੰਤੋਖ ਵਿੱਚ ਹੀ ਮਨ ਦੇ ਦਿੱਤਾ ਆਪਣਾ। ਚੱਲੇ ਪ੍ਰਭੂ ਪੁਨ ਇਸ ਬਿਦ ਕਰ ਕਾ। ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਫਿਰ ਇੱਥੋਂ ਚੱਲੇ ਕਰਨਾਲ ਸ਼ਹਿਰ ਤੋਂ। ਅਦਭੁਤ ਵੇਖ ਤਨ ਬਿਖਾ ਧਰ ਕਾ। ਬੜਾ ਆਸ਼ਚਰਜੀ ਜਿਹੜਾ ਭੇਖ ਲਿਬਾਸ ਸਰੀਰ ਉੱਪਰ ਧਾਰ ਕੇ, ਕੇਸਰ ਤਿਲਕ ਭਾਲ ਮਹਿਲਾਲਾ। ਆਪਣੇ ਮਸਤਕ ਵਿੱਚ ਲਾਲ ਰੰਗ ਦਾ ਜਿਹੜਾ ਕੇਸਰ, ਲਾਲ ਰੰਗ ਦਾ ਕੇਸਰ ਦਾ ਤਿਲਕ ਲਾ ਲਿਆ ਹੈ। ਇਸ ਸਿਰ ਪਰ ਉਰਦ ਕੁਲਹ ਵਿਸਾਲਾ। ਤੇ ਸੀਸ ਉੱਪਰ ਜਿਹੜੀ ਉੱਚੀ ਕੁਲਹ ਟੋਪੀ ਹੈ ਬੜੀ ਮਹਾਨ, ਉਹ ਪਾ ਲਈ ਹੈ। ਇੱਕ ਤੇ ਬਾਂਦਰ ਟੋਪੀ ਹੁੰਦੀ ਜਿਹੜੇ ਅੱਜ ਕੱਲ੍ਹ ਦੇ ਜਵਾਨ ਪਾਉਂਦੇ ਆ, ਇੱਕ ਕੁਲਹ ਹੁੰਦੀ 7 ਟਾਕੀਆਂ ਵਾਲੀ ਜਿਹੜੇ ਸਾਧੂ ਦਰਵੇਸ਼ ਫਕੀਰ ਲੋਕ ਪਾਉਂਦੇ ਆ। ਜਿਵੇਂ ਭਾਈ ਬਾਲਾ ਜੀ ਦੀ ਫੋਟੋ 'ਤੇ ਤੁਸੀਂ ਟੋਪੀ ਵੇਖਿਓ, ਲੰਬੀ ਜੀ ਸਾਰੀ ਹੁੰਦੀ ਹੈ, ਉਹਨੂੰ ਕੁਲਹ ਕਿਹਾ ਜਾਂਦਾ ਹੈ, 7 ਟਾਕੀਆਂ ਦੀ ਬਣੀ ਹੁੰਦੀ ਹੈ। ਅਤੇ ਉਹ 7 ਟਾਕੀਆਂ ਦੀ ਜਿਹੜੀ ਹੈਗੀ ਹੈ ਕੁਲਹ, ਉਹ ਸਤਿਗੁਰੂ ਜੀ ਨੇ ਸੀਸ ਉੱਪਰ ਧਾਰ ਲਈ, ਅਚਰਜ ਭੇਖ ਧਾਰਨਾ ਕੀਤਾ ਹੈ। ਭਗਵੋ ਅੰਬਰ ਉਪਰ ਲੀਨਾ। ਭੰਗਵੇਂ ਰੰਗ ਦਾ ਜਿਹੜਾ ਕੱਪੜਾ ਨਾ ਕਖਾਇਆ ਜਾ, ਉਹ ਸਰੀਰ ਉੱਪਰ ਲੈ ਲਿਆ ਚਾਦਰਾ। ਨੀਲੋ ਤੇੜ ਲਪੇਟਨ ਕੀਨਾ। ਨੀਲੇ ਰੰਗ ਦਾ ਜਿਹੜਾ ਵਸਤਰ ਹੈ ਉਹ ਤੇੜ ਲਪੇਟਣਾ ਕੀਤਾ, ਤੇੜ ਲਪੇਟ ਲਿਆ ਚਾਦਰਾ ਨੀਲੇ ਰੰਗ ਦਾ। ਮਾਲ ਵਿਸਾਲ ਕੰਠ ਮਹਿ ਪਾਈ। ਆਪਣੇ ਕੰਠ ਗਲ ਵਿੱਚ ਜਿਹੜੀ ਮਾਲਾ ਬੜੀ ਲੰਮੀ ਪਾ ਲਈ ਹੈ। ਇੱਕ ਰੁਮਾਲ ਕਰ ਮਾਹੇ ਸਹਾਈ। ਇੱਕ ਜਿਹੜਾ ਰੁਮਾਲ ਹੈ ਉਹ ਆਪਣੇ ਹੱਥ ਵਿੱਚ ਸੋਭਨੀਕ ਧਾਰ ਲਿਆ, ਚਿੱਟੇ ਰੰਗ ਦਾ ਚਮਕਦਾ। ਦੋਹਰਾ ਇੱਕ ਪੱਗ ਪਨਹੀ ਲੋਕ ਵੱਡ। ਇੱਕ ਚਰਨ ਵਿੱਚ ਜਿਹੜੀ ਹੈ ਵੱਡੀ ਨੋਕ ਵਾਲੀ ਜਿਹੜੀ ਜੁੱਤੀ ਪਾ ਲਈ, ਜੋੜਾ ਪਾ ਲਿਆ ਜਿਵੇਂ ਲੱਕੀ ਹੁੰਦੀ ਹੈ। ਇੱਕ ਪੱਗ ਕੌਂਸ ਟਿਕਾਏ। ਇੱਕ ਚਰਨ ਵਿੱਚ ਜਿਹੜੀ ਹੈ ਸਤਿਗੁਰੂ ਜੀ ਨੇ ਖੜਾਂ ਜਿਹੜੀ ਪੈਣ ਲਈ ਹੈ, ਖੜਾਂ ਟਿਕਾ ਲਈ ਹੈ। ਹਿੰਦੂ ਤੁਰਕ ਨਾ ਲਖ ਪਰਾ। ਵੀ ਹਿੰਦੂ ਹੈ ਕਿ ਮੁਸਲਮਾਨ, ਤੁਰਕ ਹੈ, ਕਿਸੇ ਕੋ ਜਾਣੇ ਨਹੀਂ ਪੈਂਦੇ। ਐਸੋ ਵੇਖ ਬਣਾਏ। ਐਸਾ ਭੇਖ ਬਣਾ ਲਿਆ ਸਤਿਗੁਰੂ ਜੀ ਨੇ। ਚੌਪਈ ਸੁੰਦਰ ਸਮਸ ਸਿਤਾਸਿਤ ਸੋ ਹੈ। ਸਤਿਗੁਰੂ ਜੀ ਦੇ ਮੁੱਖ ਉੱਪਰ ਸੁੰਦਰ ਜਿਹੜਾ ਦਾੜਾ ਕਾਲਾ ਚਿੱਟਾ ਸੋਭਦਾ ਸਜਦਾ ਹੈ। ਬੋਲਤ ਗੁਨੀਅਨ ਕੇ ਮਨ ਮੋਹ ਹੈ। ਜਦੋਂ ਬਚਨ ਬੋਲਦੇ ਆ ਮਹਾਰਾਜ, ਐਸੇ ਮਿੱਠੇ ਬਚਨ ਬੋਲਦੇ ਆ ਜਿਹੜੇ ਗੁਣੀ ਪੁਰਸ਼ ਆ, ਉਹਨਾਂ ਦੇ ਮਨ ਨੂੰ ਮੋਹ ਲੈਂਦੇ। ਗੁਣੀ ਵੀ ਇਹ ਗੱਲ ਕਹਿੰਦੇ, ਸੋਚਦੇ, ਵਿਚਾਰਦੇ ਕਿ ਇਹੋ ਜਿਹਾ ਬਚਨ ਤੇ ਅਸੀਂ ਵੀ ਨਹੀਂ ਕਰ ਸਕਦੇ। ਤੁਰਕ ਮਿਲਾ ਕੋ ਸੰਸਾ ਕਰਈ। ਜੇ ਤੁਰਕ ਮਿਲਦਾ ਹੈ, ਮੁਸਲਮਾਨ ਮਿਲਦਾ ਹੈ ਕੋਈ, ਤੇ ਉਹ ਸਵਾਲ ਕਰਦਾ, ਸੰਸਾ ਕਰਦਾ ਵੀ ਆਹ ਸਾਨੂੰ ਉੱਤਰ ਦਿਓ। ਤੁਰਕੀ ਰੀਤ ਜਵਾਬ ਉਚਰਈ। ਮਹਾਰਾਜ ਤੁਰਕੀਆਂ ਦੀ ਰੀਤ ਅਰਬੀ ਫਾਰਸੀ ਵਿੱਚ ਹੀ ਜਵਾਬ ਉਚਾਰਦੇ ਕਹਿੰਦੇ ਐ। ਹਿੰਦੂ ਆਏ ਬੂਝਹਿ ਕੋ। ਜਦੋਂ ਮਹਾਰਾਜ ਮੱਕੇ ਮਦੀਨੇ ਗਏ ਤੇ ਉੱਥੇ ਵੀ ਗੁਰੂ ਸਾਹਿਬ ਜੀ ਨੇ ਪੰਜਾਬੀ ਜਾਂ ਹਿੰਦੀ ਨਹੀਂ ਬੋਲੀ ਹੈ, ਉੱਥੇ ਅਰਬੀ ਫਾਰਸੀ ਵਿੱਚ ਹੀ ਜਵਾਬ ਦਿੱਤੇ ਆ। ਤੇ ਬੜੀ ਤਗੜੀ ਚਰਚਾ ਹੋਈ ਸੀ ਉੱਥੇ ਵੀ, ਮਦੀਨੇ ਮੱਕੇ ਵਿੱਚ ਵੀ। ਤੇ ਮਹਾਰਾਜ ਜੀ ਨੇ ਜਵਾਬ ਬਿਲਕੁਲ ਉਸੇ ਤਰ੍ਹਾਂ ਅਰਬੀ ਫਾਰਸੀ ਵਿੱਚ ਦਿੱਤੇ ਸਨ। ਇੱਥੇ ਵੀ ਮਹਾਰਾਜ ਉਸੇ ਤਰ੍ਹਾਂ ਹੀ ਜਵਾਬ ਦਿੰਦੇ ਰਹੇ ਹੈ। ਹਿੰਦੂ ਆਏ ਬੂਝ ਹੈ ਕੋ। ਜੇ ਕੋਈ ਹਿੰਦੂ ਆ ਕੇ ਮਹਾਰਾਜ ਜੀ ਨੂੰ ਪੁੱਛਦਾ ਹੈ, ਉੱਤਰ ਪਾਏ ਹਿੰਦ ਕਾਸੋ। ਉਹ ਹਿੰਦੂ ਸ਼ਾਸਤਰਾਂ ਦੀ ਰੀਤੀ ਅਨੁਸਾਰ ਹੀ ਮਹਾਰਾਜ ਜੀ ਪਾਸੋਂ ਉੱਤਰ ਪਾਉਂਦਾ ਹੈ। ਮਨ ਜਨ ਤੇ ਕਾਸ਼ ਜਾਏ ਨਾ ਜਾਣਾ। ਗੁਰੂ ਸਾਹਿਬ ਜੀ ਦਾ ਆਚਰਜ ਰੂਪ ਭੇਖ ਦੇਖ ਕੇ ਮਨੁੱਖਾਂ ਤੋਂ ਕੁਝ ਜਾਣਿਆ ਸਮਝਿਆ ਨਹੀਂ ਜਾਂਦਾ ਵੀ ਇਹ ਕੌਣ, ਮੁਸਲਮਾਨ ਕੇ ਹਿੰਦੂ ਹਨ। ਕੀਨ ਵੇਖ ਆਸ ਸ੍ਰੀ ਸੁਖਦਾਨਾ। ਸੁੱਖਾਂ ਦਾ ਦਾਨ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਭੇਖ ਲਿਬਾਸ ਧਾਰਨ ਕੀਤਾ ਹੈ। ਮਾਰਗ ਚੱਲੇ ਜਾਹੇ ਜਗ ਤੇ ਸਾ। ਗੁਰੂ ਜੀ ਦੀ ਮੌਜ ਹੈ ਨਾ ਵੀ ਰੁਕਣਾ ਕਿ ਚੱਲਣਾ ਹੈ, ਜਿਸ ਕਰਕੇ ਜਗਤ ਦੇ ਮਾਲਕ
ਰਸਤੇ ਵਿੱਚ ਚੱਲੇ ਜਾਂਦੇ ਐ ਸਿਮਰਹੁ ਨਾਮ ਦੇਹ ਉਪਦੇਸਾ। ਤੇ ਨਾਲ ਕਹਿੰਦੇ ਜਾਂਦੇ ਆ, ਉਪਦੇਸ਼ ਦੇਈ ਜਾਂਦੇ ਵੀ ਵਾਹਿਗੁਰੂ ਨਾਮ ਸਿਮਰੋ, ਵਾਹਿਗੁਰੂ ਨਾਮ ਸਿਮਰੋ। ਬਿਖਾ ਬਿਕਾਰ ਨ ਸਰਬ ਬਿਹਾਈ। ਜਿਹੜੇ ਵਿਕਾਰ ਹੈ ਨਾ ਮਨ ਦੇ ਵਿਸ਼ੇ ਹੈ ਤੇ ਵਿਸ਼ੇ ਅਤੇ ਵਿਕਾਰ ਹੈ ਸਾਰੇ ਦੂਰ ਕਰਕੇ ਸਤ ਸੰਗਤ ਸੇਵਹੁ ਮਨ ਲਾਈ। ਸਤ ਸੰਗਤ ਦੇ ਵਿੱਚ ਮਨ ਲਾ ਕੇ ਸੇਵਾ ਕਰੋ, ਸਤ ਸੰਗਤ ਮਨ ਲਾ ਕੇ ਸੇਵਾ ਕਰਿਆ ਕਰੋ, ਵਿਸ਼ੇ ਵਿਕਾਰਾਂ ਨੂੰ ਦੂਰ ਕਰਕੇ ਤੇ ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ ਭਾਈ ਸਿਮਰੋ, ਜਿਸ ਕਰਕੇ ਤੁਹਾਡਾ ਭਲਾ ਹੋ ਜਾਏਗਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਦਿੱਲੀ ਅਰ ਮਰਦਾਨੇ ਕੋ ਪ੍ਰਸੰਗ ਵਰਣਨ ਨਾਮ 21ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜਿਹੜੇ 21 ਅਧਿਆਏ ਆ ਸਮਾਪਤ ਹੋ ਗਏ ਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪਣੇ ਨਗਰ ਹਰ ਸਾਲ ਹੀ ਜੋ ਗੁਰੂ ਜੀ ਦੇ ਆਉਣ ਦੇ ਸੰਬੰਧ ਵਿੱਚ ਦਿਨ ਮਨਾਏ ਜਾਂਦੇ ਆ, ਬੜੀ ਸ਼ਰਧਾ ਧੂਮ ਧਾਮ ਨਾਲ ਗੁਰੂ ਦੀਆਂ ਸੰਗਤਾਂ ਹਰ ਸਾਲ ਹੀ ਮਨਾਉਂਦੀਆਂ। ਉਹ ਪਾਵਨ ਪਵਿੱਤਰ ਦਿਹਾੜਾ, ਉਸ ਦਾ ਅਖੰਡ ਪਾਠ ਕੱਲ੍ਹ ਪ੍ਰਾਰੰਭ ਹੋਣਾ ਹੈ। 27 ਭਾਦਰੋਂ ਦੇ ਦਿਨ ਸਤਿਗੁਰ ਜੀ ਦਾ ਆਗਮਨ ਦਿਵਸ ਮਨਾਇਆ ਜਾਣਾ ਹੈ। ਅਤੇ ਗੁਰੂ ਸਾਹਿਬ ਜੀ ਦੀ ਜੋ ਲੜੀਵਾਰ ਆਪਾਂ ਕਥਾ ਸਰਵਣ ਕਰਦੇ ਹਾਂ, ਉਹ ਕੱਲ੍ਹ ਤੋਂ ਆਪਾਂ, ਕਿਉਂਕਿ ਸ੍ਰੀ ਅਖੰਡ ਪਾਠ ਸਾਹਿਬ ਇਸ ਦਰਬਾਰ ਵਿੱਚ ਹੀ ਰੱਖੇ ਜਾਣੇ ਆ, ਅਤੇ ਜਿਸ ਕਰਕੇ ਕਈ ਸੰਗਤਾਂ ਦਾ ਹੁੰਦਾ ਵੀ ਅਸੀਂ ਪਾਠ ਵੀ ਸੁਣਨਾ ਹੀ ਸੀ ਜੀ। ਇਸ ਕਰਕੇ ਉਹ 2 ਦਿਨ ਹੁਣ ਜਿਹੜੀ ਕਥਾ ਦੀ ਹਾਜ਼ਰੀ ਹੈ ਉਹ ਸੇਵਾ ਵਿੱਚ ਵਿਸ਼ਰਾਮ ਹੈ। ਅਤੇ ਗੁਰੂ ਸਾਹਿਬ ਜੀ ਜਿਵੇਂ ਸ੍ਰੀ ਅਖੰਡ ਪਾਠ ਸਾਹਿਬ ਹੋਣਗੇ, ਉਹ ਅਖੰਡ ਪਾਠ ਸਰਵਣ ਕਰਕੇ ਗੁਰੂ ਘਰ ਦੀ ਸੇਵਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ। 2-3 ਦਿਨ ਜਿਹੜੀ ਹੁਣ ਲੜੀਵਾਰ ਕਥਾ ਆਪਾਂ ਇੱਥੇ ਇਸ ਨੂੰ ਵਿਸ਼ਰਾਮ ਦਿੰਦੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਮਾਰਗ ਚੱਲੇ ਜਾਹੇ ਜਗ ਤੇ ਸਾ ਸਿਮਰਹੁ ਨਾਮ ਦੇਹ ਉਪਦੇਸਾ। ਬਿਖੈ ਬਿਕਾਰਨ ਸਰਬ ਬਿਹਾਈ ਸਤ ਸੰਗਤ ਸੇਵਹੁ ਮਨ ਲਾਈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਦਿੱਲੀ ਅਰ ਮਰਦਾਨੇ ਕੋ ਪ੍ਰਸੰਗ ਵਰਣਨ ਨਾਮ 21ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।